ਜ਼ਖਮ ਤੇ ਤੁਸੀਂ ਜੇ ਮਲਮ ਨਹੀਂ ਲਾਉਣੀ ਤੇ ਲੂਣ ਵੀ ਨਾ ਭੁੱਕੋ ਆਪੇ ਮਹੀਨੇ ਨਹੀਂ ਤੇ 2 ਮਹੀਨੇ ਸੁੱਕ ਜੂਗਾ ਜ਼ਖਮ। ਜੀ ਉਹਨਾਂ ਦੇ ਪਿੱਛੇ ਕੋਈ ਵੱਡੇ ਹੱਥ ਨੇ, ਕੋਈ ਵੱਡੇ ਚਿਹਰੇ ਨੇ। ਹਾਲੇ ਤੱਕ 3 ਸਰਕਾਰਾਂ ਬਦਲ ਗਈਆਂ, ਉਹਨਾਂ ਦਾ ਪਤਾ ਨਹੀਂ ਲਗਾ ਸਕੇ। ਕਾਗਜ਼ੀ ਕਾਰਵਾਈ ਤੇ ਉਸ ਤੇ ਸਟੈਂਪ ਲੱਗਣੀ ਹੈ ਤੇ ਉਸ ਤੇ ਸਿਗਨੇਚਰ ਹੋਣੇ ਬੇहद ਜ਼ਰੂਰੀ ਨੇ ਜਦੋਂ ਕਿਸੇ ਇਨਸਾਨ ਨੂੰ, ਕਿਸੇ ਦੋਸ਼ੀ ਨੂੰ ਸਲਾਖਾਂ ਦੇ ਪਿੱਛੇ ਸਿੱਟ ਕੇ ਸਜ਼ਾ ਦੇਣੀ ਹੋਵੇ, ਪਰ ਉਹ ਕੰਮ ਹਾਲੇ ਤੱਕ ਨਹੀਂ ਹੋ ਪਾਇਆ। ਜੇ ਇਨਸਾਫ 1.5 ਮਹੀਨੇ ਬਾਅਦ ਵੀ ਨਹੀਂ ਮਿਲਣਾ ਤਾਂ ਅਜਿਹੀਆਂ ਸਰਕਾਰਾਂ ਤੋਂ ਕਰਨਾ ਕੀ? ਵਿਧਾਨ ਸਭਾ ਦੇ ਸਪੀਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਉਹਨਾਂ ਦਾ ਬਿਆਨ ਹੈ, ਕੋਈ ਵੀ ਸਰਕਾਰ ਹੋਵੇ, ਕੋਈ ਵੀ SIT ਬਣ ਜਾਵੇ, ਹੁਣ ਸਾਨੂੰ ਇਨਸਾਫ ਨਹੀਂ ਮਿਲਣਾ। ਇਹ ਉਹੀ ਜੱਜ ਆ ਜਿਹਨੇ ਬਲੈਂਕਟ ਭੇਜ ਦਿੱਤੀ ਸੀ ਸ਼ੈਣੀ ਨੂੰ। ਸੁਪਰੀਮ ਕੋਰਟ ਨੇ ਝਾੜ ਪਾਈ ਦੀ ਜੱਜ ਨੂੰ ਵੀ ਇਹਨੂੰ ਕੇਸ ਲੱਗੇ ਹੋਰ ਜੱਜ ਨੂੰ ਦੇਵੋ, ਇਹਨੇ ਬਲੈਂਕਟ ਬੇਲ ਕਿਉਂ ਦਿੱਤੀ? ਜਿਹੜੀ ਸਾਰੀ ਸਿਆਪੇ ਦੀ ਜੜ ਆ ਉਹਨੂੰ ਤਾਂ ਇਹਨਾਂ ਨੇ 1.5 ਸਾਲ 'ਚ 5 ਵਾਰਾਂ ਇਹਨੂੰ ਰਿਹਾ ਕਰ ਦਿੱਤਾ। ਉਹਨੂੰ ਤਾਂ 5 ਵਾਰਾਂ ਪਰੋਲ ਦੇ ਦਿੱਤੀ ਆ। ਮੈਂ ਕਹਿੰਦਾ ਵੀ ਇਹਨਾਂ ਵਾਸਤੇ ਉਹ ਸ਼ਬਦ ਹੈ ਵੀ ਜਿਹੜਾ ਕਿ ਕੋਠੇ ਦੇ ਨੱਚਣ ਵਾਲੀ ਹੁੰਦੀ ਨਾ, ਵੀ ਉਹ ਲੋਕ ਨੇ ਇਹ ਉਹ ਕੰਮ ਕਰਦੇ ਨੇ ਜਿਹਨੂੰ ਇਹ ਧਰਮ ਦਾ ਮੰਦਰ ਦੱਸਦੇ ਨੇ। ਇੱਕ ਪਾਸੇ ਆਪਣੀ ਸਰਕਾਰ ਕਹਿੰਦੇ ਨੇ ਵੀ ਸਾਡੀ ਸਰਕਾਰ ਆ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਹੈ, ਇੱਕ ਪਾਸੇ ਕਹਿ ਰਹੇ ਕਿ ਜਿਹੜੀ ਹੈ ਉਹ ਇਨਸਾਫ ਤੁਹਾਨੂੰ ਕੋਈ ਨਹੀਂ ਦੇ ਸਕਦਾ ਹੁਣ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫਤੇ ਦੇ ਵਿੱਚ 2 ਦਿਨ ਲਾਈਵ ਅਸੀਂ ਲੈ ਕੇ ਆਉਂਦੇ ਹਾਂ ਵੱਖ-ਵੱਖ ਅਖਬਾਰਾਂ ਦੀਆਂ ਸਰਗਰਮੀਆਂ। ਤੁਸੀਂ ਵੀ ਜੁੜਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ, ਜਿਸ ਦੇ ਲਈ ਲਗਾਤਾਰ 2 ਨੰਬਰ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਤੇ ਸਿੱਧਾ ਰਾਬਤਾ ਬਣਾਉਣਾ ਜੀ। ਚੰਡੀਗੜ੍ਹ ਸਟੂਡੀਓ ਦੇ ਵਿੱਚ ਮੇਰਾ ਨੰਬਰ ਹੈਗਾ 888 923 2656। ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਬੈਠੇ ਹੋ, ਡਾਇਰੈਕਟ ਇਸ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਤੇ ਪੰਜਾਬ ਤੇ ਭਾਰਤ ਦੇ ਵਸਨੀਕਾਂ ਦੇ ਲਈ ਅਸੀਂ ਦੂਜਾ ਨੰਬਰ ਰੱਖਿਆ ਹੋਇਆ ਉਹ ਹੈਗਾ 88 725 88 835। ਇਹਨਾਂ ਨੰਬਰਾਂ ਤੇ ਤੁਸੀਂ ਦੋਵਾਂ ਤੇ ਕਾਲ ਕਰ ਸਕਦੇ ਹੋ। ਤੇ ਪੰਜਾਬ ਵਾਲਿਆਂ ਲਈ, ਭਾਰਤ ਵਾਲਿਆਂ ਲਈ ਬੇਨਤੀ ਹੈ ਕਿ ਤੁਹਾਡੇ ਪਿੰਡ, ਤੁਹਾਡੇ ਸ਼ਹਿਰ, ਤੁਹਾਡੀ ਗਲੀ ਮੁਹੱਲੇ ਦੀ ਕੋਈ ਵੀ ਵੱਡੀ ਖਬਰ ਹੁੰਦੀ ਹੈ ਜੋ ਅਖਬਾਰਾਂ ਦੀਆਂ ਸਰਗਰਮੀਆਂ ਦਾ ਹਿੱਸਾ ਨਹੀਂ ਬਣਦੀ ਜਾਂ ਫਿਰ ਟੈਲੀਵਿਜ਼ਨ ਤੇ ਨਹੀਂ ਚੱਲੀ ਹੁੰਦੀ, ਉਹ ਵੀ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰ ਸਕਦੇ ਹੋ। ਤੇ ਨਾਲੇ ਤੁਹਾਡੇ ਸਵਾਲ ਤੇ ਸੁਝਾਅ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ। ਸੋ ਇਹਨਾਂ ਦੋਨੇ ਨੰਬਰਾਂ ਤੇ ਹੀ ਤੁਸੀਂ ਸਾਨੂੰ ਕਾਲ ਕਰਨੀ ਹੈ। ਫੇਸਬੁੱਕ ਵਾਲੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਕਮੈਂਟਸ ਦੇ ਜ਼ਰੀਏ ਆਪਣੇ ਸਵਾਲ ਤੇ ਸੁਝਾਅ ਉੱਥੇ ਰੱਖ ਸਕਦੇ ਹੋ। ਕੋਸ਼ਿਸ਼ ਕਰਾਂਗੇ ਕਿ ਸਮਾਂ ਰਹਿੰਦੇ ਉਹਨਾਂ ਦੇ ਜਵਾਬ ਹੈ ਜਿਹੜੇ ਉਹ ਜ਼ਰੂਰ ਦਿੱਤੇ ਜਾਣ। ਤੇ ਹੁਣ ਅਸੀਂ ਸਵਾਗਤ ਕਰਾਂਗੇ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਬਲਦੀਪ ਸਿੰਘ ਕਾਂਗਚੀ ਦਾ। ਸਤਿ ਸ਼੍ਰੀ ਅਕਾਲ ਬਲਦੀਪ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ ਜੀ, ਬਹੁਤ-ਬਹੁਤ ਧੰਨਵਾਦ ਤੇ ਸਵਾਗਤ ਸਾਡੇ ਦਰਸ਼ਕਾਂ ਦਾ ਜਿਹੜੇ ਸਾਡੇ ਨਾਲ ਜੁੜੇ ਨੇ ਟੀਵੀ ਔਰ ਫੇਸਬੁੱਕ ਦੇ ਰਾਹੀਂ, ਔਰ ਸਵਾਲ ਆਪਣੇ ਤੇ ਵਿਚਾਰ ਜਿਹੜੇ ਨੇ ਜ਼ਰੂਰ ਰੱਖਣਗੇ ਜਿਹੜੀਆਂ ਅੱਜ ਦੀਆਂ ਖਾਸ ਖਬਰਾਂ ਹੋਣਗੀਆਂ। ਜੀ ਬਿਲਕੁਲ, ਤੇ ਖਬਰਾਂ ਬੇहद ਖਾਸ ਨੇ ਜਿਨ੍ਹਾਂ ਤੇ ਵਿਚਾਰ ਵਟਾਂਦਰਾ ਕਰਨਾ ਬਣਦਾ ਹੈ। ਪਰ ਉਸ ਤੋਂ ਪਹਿਲਾਂ 2 ਬੇਨਤੀਆਂ ਜੋ ਮੈਂ ਅਕਸਰ ਕਰਦੀ ਹਾਂ ਉਹ ਇੱਕ ਵਾਰ ਫਿਰ ਤੋਂ ਕਰ ਰਹੀ ਹਾਂ। ਜਦੋਂ ਵੀ ਤੁਸੀਂ ਕਾਲ ਕਰਨੀ ਹੈ ਕਿਰਪਾ ਕਰਕੇ 30 ਸੈਕਿੰਡ ਦੇ ਅੰਦਰ ਆਪਣੀ ਗੱਲ ਨੂੰ ਖਤਮ ਕਰ ਲਿਓ। ਤੇ ਜਦੋਂ ਕਾਲ ਲੱਗ ਜਾਂਦੀ ਹੈ ਤਾਂ ਕਿਰਪਾ ਕਰਕੇ ਆਪਣੇ ਟੈਲੀਵਿਜ਼ਨ ਦੀ ਆਵਾਜ਼ ਨੂੰ ਘਟਾ ਦਿਆ ਕਰੋ ਤਾਂ ਕਿ ਆਪਣੀ ਗੱਲਬਾਤ ਫੋਨ ਤੇ ਪ੍ਰੋਪਰ ਹੋ ਸਕੇ। ਸੋ ਅੱਜ ਦੀਆਂ ਖਬਰਾਂ ਹਰ ਵਾਰ ਦੀ ਤਰ੍ਹਾਂ ਅਹਿਮ ਰਹਿਣ ਵਾਲੀਆਂ ਨੇ। ਤੇ ਸਭ ਤੋਂ ਪਹਿਲਾਂ ਅੱਜ ਅਸੀਂ ਗੱਲ ਕਰਾਂਗੇ ਬੇਅਦਬੀ ਕਾਂਡ ਬਾਰੇ ਕਿ ਕੋਟਕਪੂਰਾ ਬੇਬਲ ਕਾਂਡ, ਜਿਹੜਾ ਵੀ ਉਹ ਏਰੀਆ, ਕੋਟਕਪੂਰੇ ਦਾ ਏਰੀਆ ਜਿੱਥੇ 2015 ਦੇ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ, ਕਿੰਨਾ ਵੱਲੋਂ ਕਰਵਾਈਆਂ ਗਈਆਂ, ਕਿਉਂ ਕਰਵਾਈਆਂ ਗਈਆਂ, ਉਸ ਦੇ ਪਿੱਛੇ ਮਨਸਾ ਕੀ ਸੀ, ਉਹ ਲੋਕ ਹਲੇ ਤੱਕ ਗ੍ਰਿਫਤ ਚੋਂ ਬਾਹਰ ਨੇ। ਛੋਟੀਆਂ ਮੱਛੀਆਂ ਨੇ ਜਿਨ੍ਹਾਂ ਨੂੰ ਫੜ ਲਿਆ ਗਿਆ, ਕਈ ਲੋਕ ਨੇ ਜਿਨ੍ਹਾਂ ਨੂੰ ਸ਼ਿਕਾਰ ਬਣਾਇਆ ਗਿਆ, ਕਈ ਅੱਜ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਕਈ ਛੁੱਟ ਵੀ ਗਏ ਨੇ। ਸੋ ਬਹੁਤ ਕੁਝ ਐਸਾ ਹੈ ਜੋ ਹਲੇ ਵੀ ਅੱਖੋਂ ਪਰੋਖੋਂ ਚੱਲ ਰਿਹਾ ਹੈ। ਉਹਨਾਂ ਦੇ ਪਿੱਛੇ ਰਾਜਸੀ ਸ਼ਕਤੀਆਂ ਨੇ, ਉਹਨਾਂ ਦੇ ਪਿੱਛੇ ਕੋਈ ਵੱਡੇ ਹੱਥ ਨੇ, ਕੋਈ ਵੱਡੇ ਚਿਹਰੇ ਨੇ। ਹਾਲੇ ਤੱਕ 3 ਸਰਕਾਰਾਂ ਬਦਲ ਗਈਆਂ, ਉਹਨਾਂ ਦਾ ਪਤਾ ਨਹੀਂ ਲਗਾ ਸਕੇ ਕਿਉਂਕਿ ਅਕਾਲੀ ਦਲ ਉਸ ਸਮੇਂ ਸੀ, ਉਸ ਤੋਂ ਬਾਅਦ ਕਾਂਗਰਸ ਉਸੇ ਹੀ ਮਾਮਲੇ ਨੂੰ ਲੈ ਕੇ ਸੱਤਾ ਦੇ ਵਿੱਚ ਆਈ। ਤੇ ਹੁਣ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ, ਤੇ ਉਹ ਵੀ ਸੱਤਾ ਦੇ ਵਿੱਚ ਆ ਗਈ ਹੈ। ਤਾਂ ਉਸੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਨੇ ਇੱਕ ਵਿਧਾਇਕ ਕੁੰਵਰ ਵਿਜੇ ਪ੍ਰਤਾਪ, ਜੋ ਕਿਸੇ ਸਮੇਂ ਸਿੱਟ ਦੇ ਵਿੱਚ ਵੀ ਸ਼ਾਮਿਲ ਹੁੰਦੇ ਸੀ। ਤੇ ਉਹਨਾਂ ਨੇ ਆਪਣੀ ਰਿਪੋਰਟ ਵੀ ਪੇਸ਼ ਕੀਤੀ ਜਿਸ ਨੂੰ ਝੁਠਲਾਇਆ ਗਿਆ ਕਿ ਇਹ ਤਾਂ ਜੀ ਕਿਸੇ ਇੱਕ ਪੱਖ ਨੂੰ ਲੈ ਕੇ ਹੀ ਤਿਆਰ ਕੀਤੀ ਗਈ ਹੈ, ਪਰ ਉਹ ਅਕਸਰ ਬੇਅਦਬੀ ਦੇ ਮਾਮਲੇ ਤੇ ਬੋਲਦੇ ਆਏ ਨੇ ਤੇ ਉਹ ਸ਼ਰੇਆਮ ਦੱਸਦੇ ਵੀ ਨੇ ਕਿ ਆਖਿਰਕਾਰ ਇਸ ਦੇ ਪਿੱਛੇ ਕੌਣ ਹੈ। ਪਰ ਫਿਰ ਵੀ ਉਹਨਾਂ ਤੱਕ ਹੱਥ ਜਿਹੜੇ ਉਹ ਨਹੀਂ ਪਹੁੰਚਦੇ। ਫਿਲਹਾਲ ਇਸ ਪੂਰੇ ਵਾਕਿਏ ਨੂੰ
7 ਸਾਲ ਪੂਰੇ ਹੋ ਗਏ ਨੇ। 7 ਸਾਲ ਦਾ ਸਮਾਂ ਕੋਈ ਥੋੜਾ ਸਮਾਂ ਨਹੀਂ ਹੁੰਦਾ, ਬਹੁਤ ਜ਼ਿਆਦਾ ਸਮਾਂ ਹੁੰਦਾ ਕਿ 3 ਸਰਕਾਰਾਂ ਬਦਲ ਗਈਆਂ ਨੇ। ਤਾਂ ਇਸ ਸਮੇਂ ਦੇ ਦੌਰਾਨ ਵੀ ਹਲੇ ਸਭ ਕੁਝ ਉਵੇਂ ਦਾ ਉਵੇਂ ਪਿਆ। ਹਲੇ ਵੀ ਸਿੱਖ ਕੌਮ ਇਹ ਵੇਖ ਰਹੀ ਹੈ ਕਿ ਆਖਿਰਕਾਰ ਕਿਹੜੀ ਸਰਕਾਰ ਆਵੇਗੀ ਜੋ ਇਨਸਾਫ ਦੇਵੇਗੀ, ਕਿਉਂਕਿ ਸਿੱਖਾਂ ਦੇ ਹਿਰਦੇ ਇਸ ਖਬਰ ਦੇ ਨਾਲ ਵਲੂੰਦਰੇ ਹੋਏ ਨੇ। ਬਹੁਤ ਸਮਾਂ ਹੋ ਗਿਆ ਕਿ ਅਸੀਂ 2015 ਦੀ ਹੀ ਗੱਲ ਨਾ ਕਰੀਏ ਕਿ ਜਦੋਂ ਗੁਰਦਾਸਪੁਰ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਬੇਅਦਬੀ ਹੋਈ ਸੀ, ਉੱਥੇ ਵੀ ਇਸੇ ਤਰੀਕੇ ਦੇ ਨਾਲ ਹੀ ਕਾਂਡ ਹੋਇਆ ਸੀ। ਨਕੋਦਰ ਦੇ ਵਿੱਚ ਬੇਅਦਬੀ ਹੋਈ ਸੀ, ਉੱਥੇ ਕਾਂਡ ਹੋਇਆ ਸੀ। ਤਾਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਵਿੱਚ ਇਨਵੋਲਵ ਹੋ ਜਾਂਦੀਆਂ ਨੇ ਕਿ ਜੇ ਅਸਲ ਦੋਸ਼ੀਆਂ ਨੂੰ ਫੜਿਆ ਜਾਵੇ, ਜੇ ਅਸਲ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕੋਈ ਵੀ ਇਹ ਦੁਬਾਰਾ ਤੋਂ ਕੋਸ਼ਿਸ਼ ਨਹੀਂ ਕਰੇਗਾ, ਕਿਉਂਕਿ ਮਿਸਾਲੀ ਸਜ਼ਾਵਾਂ ਦੇਣੀਆਂ ਬੇहद ਜ਼ਰੂਰੀ ਹੁੰਦੀਆਂ ਨੇ ਤਾਂ ਕਿ ਕੋਈ ਕਿਸੇ ਨੂੰ ਇਸ ਤਰ੍ਹਾਂ ਦੀ ਤਕਲੀਫ ਦੁਬਾਰਾ ਤੋਂ ਨਾ ਦੇ ਸਕੇ। ਤੇ ਬਾਕੀ ਜੇ ਸਮੇਂ ਦੀਆਂ ਸਰਕਾਰਾਂ ਦੀ ਗੱਲ ਕਰ ਲਈ ਜਾਵੇ ਜਾਂ ਫਿਰ ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਤੇ ਤਾਂ ਅਣਪਛਾਤੀ ਪੁਲਿਸ ਕਹਿ ਕੇ ਹੀ ਮੁਕਾਬਲੇ ਨੇ ਜਿਹੜੇ ਕੇਸ ਨੇ ਜਿਹੜੇ ਉਹ ਦਰਜ ਕਰ ਦਿੱਤੇ ਜਾਂਦੇ ਨੇ ਤਾਂ ਕਿ ਕੋਈ ਵੀ ਜਾਂਚ ਦੇ ਘੇਰੇ ਦੇ ਵਿੱਚ ਨਾ ਆ ਸਕੇ। ਦੁਨੀਆ ਸਭ ਕੁਝ ਜਾਣਦੀ ਹੈ, ਲੋਕ ਸਭ ਕੁਝ ਜਾਣਦੇ ਨੇ, ਸਭ ਕੁਝ ਜਗ ਜ਼ਾਹਿਰ ਹੈ, ਪਰ ਫਿਰ ਵੀ ਕਹਿੰਦੇ ਨੇ ਕਿ ਕਾਗਜ਼ੀ ਕਾਰਵਾਈ ਤੇ ਉਸ ਤੇ ਸਟੈਂਪ ਲੱਗਣੀ ਹੈ ਤੇ ਉਸ ਤੇ ਸਿਗਨੇਚਰ ਹੋਣੇ ਬੇहद ਜ਼ਰੂਰੀ ਨੇ ਜਦੋਂ ਕਿਸੇ ਇਨਸਾਨ ਨੂੰ, ਕਿਸੇ ਦੋਸ਼ੀ ਨੂੰ ਸਲਾਖਾਂ ਦੇ ਪਿੱਛੇ ਸਿੱਟ ਕੇ ਸਜ਼ਾ ਦੇਣੀ ਹੋਵੇ। ਪਰ ਉਹ ਕੰਮ ਹਲੇ ਤੱਕ ਨਹੀਂ ਹੋ ਪਾਇਆ, ਜਿਸ ਨੂੰ ਲੈ ਕੇ ਕੁੰਵਰ ਵਿਜੇ ਪ੍ਰਤਾਪ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਵੀ ਬਹੁਤ ਜ਼ਿਆਦਾ ਜਿਹੜੀ ਨਾਰਾਜ਼ਗੀ ਹੈ ਉਹ ਪ੍ਰਗਟਾਈ ਜਾ ਰਹੀ ਹੈ। ਸੋ ਇਸ ਪੂਰੇ ਮਸਲੇ ਤੇ ਅਸੀਂ ਬਲਦੀਪ ਜੀ ਵੱਲ ਵਧਾਂਗੇ। ਬਲਦੀਪ ਜੀ, ਤੁਹਾਡਾ ਕੀ ਕਹਿਣਾ? ਨਵਦੀਪ, 7 ਸਾਲ ਬੀਤ ਚੁੱਕੇ ਨੇ ਇਸ ਪੂਰੀ ਮਾਮਲੇ ਨੂੰ, ਚਾਹੇ ਉਹ ਬੇਅਦਬੀ ਦਾ ਮਾਮਲਾ ਹੋਵੇ, ਉਸ ਤੋਂ ਬਾਅਦ ਇਸੇ ਘਟਨਾ ਦੇ ਵਿੱਚ ਜੁੜਦੇ ਨੇ 2 ਹੋਰ ਬਹਿਬਲ ਕਲਾਂ ਗੋਲੀकांड ਤੇ ਕੋਟਕਪੂਰਾ ਗੋਲੀकांड। ਬੇਸਿਕਲੀ ਇਹ 3 ਮਾਮਲੇ ਹੈਗੇ ਨੇ, ਬੇਅਦਬੀ ਦਾ ਮਾਮਲਾ ਤੇ 2 ਗੋਲੀकांड ਦੇ ਮਾਮਲੇ। ਔਰ ਇਸ ਦੇ ਵਿੱਚ ਹੁਣ ਤੱਕ ਆਪਾਂ ਗੱਲ ਕਰੀਏ ਤਾਂ 8 SITਆਂ ਬਣ ਚੁੱਕੀਆਂ ਨੇ। 8 SITਆਂ ਦਾ ਗਠਨ ਹੋ ਚੁੱਕਿਆ। ਹਾਲ ਦੀ ਘੜੀ ਵੀ ਜਿਹੜੀ ਸਿੱਖ ਸੰਗਤ ਹੈ, ਜੋ ਸਿੱਖ ਭਾਈਚਾਰਾ ਹੈਗਾ, ਉਹ ਇਨਸਾਫ ਦੀ ਉਡੀਕ ਹੀ ਕਰ ਰਿਹਾ। 8 SITਆਂ ਬੇਸ਼ੱਕ ਬਣ ਚੁੱਕੀਆਂ ਨੇ। ਹੁਣ ਪਿਛਲੇ ਦਿਨੀ ਜਿਹੜਾ ਇਹ ਸਰਕਾਰ ਜਦੋਂ ਆਈ ਹੈਗੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਜਿਹੜਾ ਉਹਨਾਂ ਨੇ ਚਲਾਨ ਜਿਹੜਾ ਉਹ ਪੇਸ਼ ਕੀਤਾ ਹੈਗਾ। ਔਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਜਿਹੜੀ 2 ਗੋਲੀकांड ਹੈਗੇ ਨੇ, ਬਹਿਬਲ ਕਲਾਂ ਔਰ ਕੋਟਕਪੂਰਾ ਗੋਲੀकांड। ਤਾਂ ਕੋਟਕਪੂਰਾ ਗੋਲੀकांड ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਪਿਛਲੇ ਦਿਨੀ ਕੋਟਕਪੂਰਾ ਜਿੱਥੇ ਗੋਲੀकांड ਵਾਪਰਿਆ ਸੀ ਤਾਂ ਉੱਥੇ ਵੀ ਜਾ ਕੇ SIT ਦੇ ਵੱਲੋਂ ਇਹ SIT ਜਿਹੜੀ ਹੈ ADGP LK ਯਾਦਵ ਦੀ ਅਗਵਾਈ ਹੇਠ ਕੰਮ ਕਰ ਰਹੀ ਹੈਗੀ ਹੈ। ਤਾਂ ਉੱਥੇ ਜਾ ਕੇ ਜਾਂਚ ਪੜਤਾਲ ਜਿਹੜੀ ਹੈ ਕੀਤੀ ਗਈ ਹੈ। ਜਿਸ ਚੌਂਕ ਦੇ ਵਿੱਚ ਧਰਨਾ ਲੱਗਿਆ ਹੋਇਆ ਸੀ, ਫਾਇਰਿੰਗ ਹੋਈ ਸੀ ਉੱਥੇ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੋਂ ਇਸ ਮਾਮਲੇ ਦੇ ਵਿੱਚ ਪਿਛਲੇ 2 ਮਹੀਨਿਆਂ ਦੇ ਵਿੱਚ 2 ਵਾਰ ਪੁੱਛਗਿੱਛ ਜਿਹੜੀ ਹੈ ਹੋ ਚੁੱਕੀ ਹੈ। ਪ੍ਰਕਾਸ਼ ਸਿੰਘ ਬਾਦਲ ਤੋਂ, ਕਿਉਂਕਿ ਉਸ ਵੇਲੇ ਦੇ ਮੁੱਖ ਮੰਤਰੀ ਸੀ, ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਤੇ ਹੋਮ ਮਿਨਿਸਟਰ ਸੀਗੇ। ਔਰ ਇਹਨਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਔਰ ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਜਿਹੜੀ ਇਹ SIT ADGP LK ਯਾਦਵ ਦੀ ਹੈਗੀ ਆ, ਉਹ ਜਲਦ ਹੀ ਇਸ ਮਾਮਲੇ ਦੇ ਵਿੱਚ ਚਲਾਨ ਪੇਸ਼ ਕਰ ਸਕਦੀ ਹੈ, ਐਸੇ ਅਸਾਰ ਲੱਗਦੇ ਨੇ। ਔਰ ਇੱਕ ਬਹਿਬਲ ਕਲਾਂ ਗੋਲੀकांड ਜਿਹੜਾ ਹੋਇਆ ਸੀ, ਉਹਦੇ ਵਿੱਚ 2 ਨੌਜਵਾਨ ਮਾਰੇ ਗਏ ਸੀ, ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ। ਜਿਹੜਾ ਉਹਨਾਂ ਦੇ ਵੱਲੋਂ ਵੀ ਇਨਸਾਫ ਮੋਰਚਾ ਜਿਹੜਾ ਉੱਥੇ ਚਲਾਇਆ ਜਾ ਰਿਹਾ। 7 ਸਾਲ ਪੂਰੇ ਹੋਏ ਤਾਂ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਗਿਆ। ਇਸ ਦੇ ਵਿੱਚ ਜੇਕਰ ਬਹਿਬਲ ਕਲਾਂ ਗੋਲੀकांड ਦੀ ਗੱਲ ਕਰੀਏ ਤਾਂ ਇਹਦੇ ਵਿੱਚ IG ਪਰਮਾਰ ਨੇ, SPS ਪਰਮਾਰ, ਉਹਨਾਂ ਦੀ ਅਗਵਾਈ ਹੇਠ SIT ਜਿਹੜੀ ਹੈ ਉਹ ਕੰਮ ਕਰ ਰਹੀ ਹੈ। ਤੋ ਹੁਣ ਜਦੋਂ ਸ਼ਹੀਦੀ ਦਿਹਾੜਾ 14 ਅਕਤੂਬਰ ਨੂੰ ਮਨਾਇਆ ਗਿਆ, ਉਦੋਂ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ, ਆਮ ਆਦਮੀ ਪਾਰਟੀ ਦੇ MLA ਨੇ, ਵਿਧਾਇਕ ਨੇ, ਔਰ ਕੁਲਤਾਰ ਸਿੰਘ ਸੰਧਵਾ ਤੇ ਕੈਬਨਿਟ ਮੰਤਰੀ ਨਿੱਜਰ, ਉਹ ਵੀ ਉੱਥੇ ਪਹੁੰਚੇ ਸੀ। ਆਮ ਆਦਮੀ ਪਾਰਟੀ ਦੇ ਹੋਰ ਆਗੂ ਵੀ ਉੱਥੇ ਪਹੁੰਚੇ ਸੀ। ਤਾਂ ਉੱਥੇ ਜੋ ਚੀਜ਼ਾਂ ਆਪਾਂ ਕਹਿ ਲਈਏ ਕਿ ਕੁਲਤਾਰ ਸਿੰਘ ਸੰਧਵਾ ਸਪੀਕਰ ਉਹਨਾਂ ਨੇ ਕਹੀਆਂ ਤੇ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਕਹੀਆਂ, ਉਹ ਬਹੁਤ ਅਹਿਮ ਗੱਲ ਹੈ। ਜਿਹੜੇ ਕੁਲਤਾਰ ਸਿੰਘ ਸੰਧਵਾ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਜੋ SIT ਬਣਾਈਆਂ ਗਈਆਂ ਨੇ ਇਹਨਾਂ ਮਾਮਲਿਆਂ ਦੇ ਉੱਪਰ, ਵੀ ਰੱਬ ਮਿਹਰ ਕਰੇ ਆਪਾਂ 1.5 ਮਹੀਨੇ ਬਾਅਦ ਸ਼ੁਕਰਾਨੇ ਦਾ ਸਮਾਗਮ ਇੱਥੇ ਕਰਾਂਗੇ। ਮਤਲਬ ਉਹਨਾਂ ਨੇ ਇਹ ਕਿਹਾ ਕਿ 1.5 ਮਹੀਨੇ ਦੇ ਵਿੱਚ ਕੋਈ ਨਾ ਕੋਈ ਐਕਸ਼ਨ ਜਿਹੜਾ ਜਾਂ ਕੋਈ ਨਾ ਕੋਈ ਚੀਜ਼ ਜਾਂ ਤੱਥ ਜਿਹੜੇ ਨੇ ਉਹ ਸਾਹਮਣੇ ਆਉਣਗੇ ਜਿਹੜੀ SITਆਂ ਨੇ ਬਣਾਈਆਂ ਗਈਆਂ ਨੇ।
ਦੂਜੇ ਪਾਸੇ ਨਾਲ ਹੀ ਉਹਨਾਂ ਨੇ ਇਹ ਕਹਿਤਾ, ਕਹਿੰਦਾ ਵੀ ਜੇ ਇਨਸਾਫ 1.5 ਮਹੀਨੇ ਬਾਅਦ ਵੀ ਨਹੀਂ ਮਿਲਣਾ ਤਾਂ ਅਜਿਹੀਆਂ ਸਰਕਾਰਾਂ ਤੋਂ ਕਰਨਾ ਕੀ ਹੈ। ਇਹ ਸਪੀਕਰ ਤੁਸੀਂ ਦੇਖੋ ਕਿ ਵਿਧਾਨ ਸਭਾ ਦੇ ਸਪੀਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ, ਉਹਨਾਂ ਦਾ ਬਿਆਨ ਹੈ। ਇਸ ਤੋਂ ਬਾਅਦ ਚਲੋ ਇਹਨਾਂ ਨੇ ਇੰਨੀ ਗੱਲ ਕਹੀ, ਪਰ ਕੁੰਵਰ ਵਿਜੇ ਪ੍ਰਤਾਪ ਸੀ ਜਿਹੜੇ, ਉਹਨਾਂ ਨੇ ਤਕਰੀਬਨ ਮੈਂ ਦੇਖਿਆ ਕਿ 50 ਕੁ ਮਿੰਟ ਤਕਰੀਬਨ ਬੋਲਦੇ ਰਹੇ ਨੇ, 50-55 ਮਿੰਟ। ਔਰ ਉਸ ਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਨੇ। ਪਹਿਲੀ ਗੱਲ ਤਾਂ ਮਤਲਬ ਐਜ਼ ਏ ਜਰਨਲਿਸਟ ਵੀ ਅਸੀਂ ਉਸ ਚੀਜ਼ ਨੂੰ ਕਈ ਵਾਰ ਐਨਾਲਾਈਜ਼ ਕਰਦੇ ਹਾਂ ਵੀ ਕੀ ਆਖਰ ਬੰਦਾ ਕਹਿਣਾ ਕੀ ਚਾਹੁੰਦਾ ਹੈ ਅੰਦਰ। ਤਾਂ ਉਹ ਇੱਕ ਤਾਂ ਉਹਨਾਂ ਨੇ ਗੱਲ ਕਹੀ ਕਿ ਕੋਈ ਵੀ ਸਰਕਾਰ ਹੋਵੇ, ਕੋਈ ਵੀ SIT ਬਣ ਜਾਵੇ, ਹੁਣ ਸਾਨੂੰ ਇਨਸਾਫ ਨਹੀਂ ਮਿਲਣਾ। ਇਸ ਚੀਜ਼ ਦਾ ਜ਼ਿਕਰ ਕੀਤਾ ਕੁੰਵਰ ਵਿਜੇ ਪ੍ਰਤਾਪ ਨੇ। ਔਰ ਦੂਜੀ ਉਹਨਾਂ ਨੇ ਜਿਹੜੀ ਗੱਲ ਕਹੀ ਹੈ, ਕਹਿੰਦੇ ਕਿ ਸੁਖਬੀਰ ਬਾਦਲ, ਕਿਉਂਕਿ ਜਿਹੜੀ ਕੁੰਵਰ ਵਿਜੇ ਪ੍ਰਤਾਪ ਜਿਸ ਵੇਲੇ ਪੁਲਿਸ ਅਫਸਰ ਸੀਗੇ, ਬਾਅਦ 'ਚ ਉਹਨਾਂ ਅਸਤੀਫਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ, ਤਾਂ ਉਸ ਵੇਲੇ ਜਿਹੜੀ ਇਹ SIT ਨੂੰ ਇਹ ਹੈਡ ਕਰ ਰਹੇ ਸੀਗੇ, ਬਾਅਦ 'ਚ ਸੁਪਰੀਮ ਕੋਰਟ ਨੇ ਕੁਐਸ਼ ਕੀਤੀ ਸੀ, ਰੱਦ ਕੀਤੀ ਸੀ ਉਹ SIT। ਉਸ SIT ਉਸ ਦੀ ਜਾਂਚ ਰਿਪੋਰਟ ਦੇ ਵਿੱਚ ਕਿਹਾ ਜਾਂਦਾ ਕਿ ਸੁਖਬੀਰ ਬਾਦਲ ਜਾਂ ਬਾਦਲ ਪਰਿਵਾਰ ਦੀ ਬੜੇ ਵੱਡੇ ਪੱਧਰ ਤੇ ਸ਼ਮੂਲੀਅਤ ਜਿਹੜੀ ਹੈ ਕੁੰਵਰ ਵਿਜੇ ਪ੍ਰਤਾਪ ਨੇ ਦਰਸਾਈ ਸੀਗੀ। ਪਰ ਸ਼੍ਰੋਮਣੀ ਅਕਾਲੀ ਦਲ ਇਸ ਤੋਂ ਹਮੇਸ਼ਾ ਨਾ ਕਰਦਾ ਰਿਹਾ। ਹੁਣ ਜਿਹੜਾ ਸੰਬੋਧਨ ਕੀਤਾ ਉਹਨਾਂ ਨੇ ਸ਼ਹੀਦੀ ਦਿਹਾੜੇ ਤੇ 14 ਅਕਤੂਬਰ ਨੂੰ, ਉਹਦੇ ਵਿੱਚ ਕਿਹਾ ਕਿ ਜਿਹੜੀ ਹੁਣ ਵਾਲੀ ਵੀ SIT ਹੈ, ADGP LK ਯਾਦਵ ਦੀ ਅਗਵਾਈ 'ਚ ਜਿਹੜੀ SIT ਬਣੀ ਹੈ, ਕਹਿੰਦੇ ਵੀ ਉਹ ਵੀ ਮਤਲਬ ਉਹ ਇਸ਼ਾਰਾ ਉਹਨਾਂ ਦਾ ਇਦਾਂ ਸੀ ਵੀ ਇਨਸਾਫ ਉਹ ਵੀ ਨਹੀਂ ਦੇ ਪਾਊਗੀ। ਆਪਣੀ ਸਰਕਾਰ ਦੇ ਹੇਠ ਇੱਕ ਪਾਸੇ ਕੁਲਤਾਰ ਸਿੰਘ ਸੰਧਵਾ ਇਹ ਗੱਲ ਕਹਿੰਦੇ ਨੇ ਕਿ ਜਿਹੜੀ ਹੁਣ SIT ਜਾਂਚ ਕਰ ਰਹੀ ਹੈ, ਸਰਕਾਰ ਉਹਨੂੰ ਪੂਰਾ ਸਹਿਯੋਗ ਦੇ ਰਹੀ ਹੈ। ਦੂਜੇ ਪਾਸੇ ਉਸੇ ਸਰਕਾਰ ਦੇ ਵਿਧਾਇਕ ਤੇ ਸਾਬਕਾ ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਇਹ ਕਹਿ ਰਹੇ ਨੇ ਕਿ ਜਿਹੜੀ ਹੁਣ ਵਾਲੀ ਵੀ ਜਿਹੜੀ SIT ਹੈ ਉਹ ਵੀ ਸਾਨੂੰ ਪ੍ਰੋਪਰ ਇਨਸਾਫ ਦੀ ਉਮੀਦ ਆਪਾਂ ਨਾ, ਮਤਲਬ ਕਾਈਂਡ ਆਫ ਇਸ਼ਾਰਾ ਜਿਹਾ ਆਪਾਂ ਕਹਿ ਲਈਏ ਕਿ ਇਸ ਤਰੀਕੇ ਨਾਲ ਉਹਨਾਂ ਵੱਲੋਂ ਇਸ਼ਾਰਾ ਕੀਤਾ ਗਿਆ। ਜੇ ਆਪਾਂ ਉਹਨਾਂ ਦੀ ਸਪੀਚ ਸੁਣੀਏ ਤਾਂ ਕਹਿੰਦੇ ਕਿ ਵੀ ਜਿਹੜਾ ਸ਼ਾਇਦ ਸੁਖਬੀਰ ਬਾਦਲ ਦਾ ਨਾਮ ਵਿੱਚ ਆ ਜਾਵੇ, ਪਰ ਬਹੁਤਾ ਜ਼ਿਆਦਾ ਉਸ ਨੂੰ ਗੰਭੀਰਤਾ ਨਾਲ ਜਾਂ ਮਤਲਬ ਆਪਾਂ ਕਹਿ ਲਈਏ, ਕਹਿੰਦੇ ਨਾ ਕਿ ਲਾਈਟ ਜੇ ਤਰੀਕੇ ਨਾਲ ਨਾ ਵਿੱਚ ਹੋਵੇ ਤੇ ਬਾਅਦ ਚੋਂ ਬਰੀ ਵੀ ਹੋ ਸਕਦੇ ਨੇ। ਮਤਲਬ ਕਹਿਣ ਦਾ ਵੀ ਲੋਕਾਂ ਨੂੰ ਇਹ ਲੱਗਦਾ ਜਾਂ ਸਿੱਖ ਸਮਾਜ ਨੂੰ ਇਹ ਲੱਗਦਾ ਕਿ ਉਸ ਗੋਲੀकांड ਦੇ ਵਿੱਚ ਜਾਂ ਬੇਅਦਬੀ ਮਾਮਲੇ ਦੇ ਵਿੱਚ ਜਿਹੜਾ ਸੁਖਬੀਰ ਬਾਦਲ ਉਹਨਾਂ ਦਾ ਹੱਥ ਸੀਗਾ। ਕਹਿੰਦੇ ਵੀ SIT ਯਾਨੀ ਖਾਨਾ ਪੂਰਤੀ ਜੀ ਕਰੂਗੀ। ਇਹ ਉਹਨਾਂ ਦੇ ਬਿਆਨਾਂ ਤੋਂ ਮੈਨੂੰ ਇਹ ਚੀਜ਼ ਲੱਗੀ ਹੈਗੀ ਆ। ਬਾਕੀ ਹੋਰ ਸ਼ਾਇਦ ਸਾਡੇ ਦਰਸ਼ਕ ਹੋਰ ਤਰੀਕੇ ਨਾਲ ਇੰਟਰਪ੍ਰੈਟ ਵੀ ਕਰ ਸਕਦੇ ਨੇ, ਆਪਣੀ ਗੱਲ ਰੱਖ ਸਕਦੇ ਨੇ, ਪਰ ਉਹਨਾਂ ਨੇ ਇਹ ਚੀਜ਼ ਜਿਹੜੀ ਆ ਉਹ ਜ਼ਰੂਰ ਕਹੀ ਹੈ ਕਿ ਇਨਸਾਫ ਜਿਹੜਾ ਉਹ ਅਸੀਂ ਉਮੀਦ ਨਾ ਰੱਖੀਏ ਇਨਸਾਫ ਦੀ। ਦੂਜੇ ਪਾਸੇ ਕਹਿੰਦੇ ਕਿ ਸਾਨੂੰ ਹੁਣ ਲੜਾਈ ਲੜਨੀ ਪੈਣੀ ਹੈ, ਅੱਗੇ ਲੜਨੀ ਪੈਣੀ ਹੈ। ਇਹ ਦੋ ਚੀਜ਼ਾਂ ਆਪਸ 'ਚ ਮੈਨੂੰ ਕੰਟਰਾਡਿਕਟ ਜੀਆਂ ਕਰਦੀਆਂ ਲੱਗਦੀਆਂ ਨੇ। ਜੀ ਬਿਲਕੁਲ। ਤੇ ਕਾਲਰ ਵੀ ਲਗਾਤਾਰ ਸਾਡੇ ਨਾਲ ਬਣ ਕੇ ਨਹੀਂ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੀਬਾ ਜੀ ਆਪ ਜੀ ਨੂੰ, ਸਰੋਤਿਆਂ ਨੂੰ ਤੇ ਭਾਈ ਸਾਹਿਬ ਨੂੰ, ਆਪਦੇ ਸਾਥੀ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ, ਪਿਆਰ ਨਾਲ। ਸਤਿ ਸ੍ਰੀ ਅਕਾਲ। ਇਹਨਾਂ ਨੇ ਬੜੇ ਵਿਸਤਾਰ ਨਾਲ 2-3 ਮਿੰਟ ਲਾ ਕੇ ਦੱਸਿਆ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਪ੍ਰੋਗਰਾਮ ਨੂੰ, ਜਿਹੜੇ ਕੋਟਕਪੂਰੇ ਉੱਥੇ ਧਰਨੇ ਤੇ ਬੈਠੇ ਸਨ, ਉੱਥੇ ਬੋਲੇ ਉਹ, ਤੇ ਆਪਣੇ ਕੁਲਤਾਰ ਸਿੰਘ ਸੰਧਵਾ ਬੋਲੇ। ਬਹੁਤ ਉਹਨਾਂ ਨੇ ਵਿਸਤਾਰ ਨਾਲ ਦੱਸਿਆ, ਅਸੀਂ ਵੀ ਉਹ ਸੁਣਿਆ ਸੀਗਾ। ਪਰ ਇਹ ਗੱਲ ਇਹਨਾਂ ਦੇ ਕਹਿਣ ਮੁਤਾਬਕ ਅਸੀਂ ਵੀ ਜਾਚੀ ਆ ਗੱਲ ਵੀ ਉਹ ਕਿਸੇ ਦੇ ਪੱਲੇ ਪੈਣ ਵਾਲੀ ਗੱਲ ਨਹੀਂ ਕਿ 1.5 ਮਹੀਨੇ ਦਾ ਕੁਲਤਾਰ ਸਿੰਘ ਸਮਾਂ ਲੈ ਗਏ ਆ। ਪਰ ਉਹ ਮਤਲਬ ਬੜੇ ਸੰਸੀਅਰ ਹੋ ਕੇ ਬੋਲੇ ਆ। ਗੁਰੂ ਸਾਹਿਬ ਨੂੰ ਦੇ ਹੱਥ ਜੋੜ ਕੇ ਗੱਲਾਂ ਕੀਤੀਆਂ ਉਹਨਾਂ ਨੇ। ਪਰ ਜੇ ਕਿਉਂਕਿ ਉਹ ਸਰਕਾਰ ਦੇ ਮੁਖੀ ਹੈ ਇਸ ਵੇਲੇ, ਜੇ ਉਹ ਹੁਣ ਨਾ ਕਰਨਗੇ ਤਾਂ ਫਿਰ ਉਹਨਾਂ ਦੀਆਂ ਜਿਹੜੀਆਂ ਹੱਥ ਜੋੜ ਕੇ ਗੱਲਾਂ ਕੀਤੀਆਂ ਉਹ ਨੇਫਲੀ ਆ, ਉਹਨਾਂ ਦਾ ਕੋਈ ਫਾਇਦਾ ਨਹੀਂ। ਬਾਕੀ ਤੁਸੀਂ ਮੁੱਦੇ ਬਹੁਤ ਲਿਆਂਦੇ ਆ, ਸੁੰਦਰ ਰੋੜੇ ਦਾ ਵੀ ਲਿਆਂਦਾ ਮੁੱਦਾ। ਬੇਸ਼ਰਮ ਲੋਕ ਆ ਜੀ ਇਹ ਬੇਸ਼ਰਮ ਲੋਕ, ਕੁਛ ਨਹੀਂ ਵੇਖਦੇ ਵੀ ਅਸੀਂ ਕੀ ਕਰਨਾ, ਕਿੰਨੇ ਪੈਸੇ ਬਣ ਜਾਣ। ਬੇਸ਼ਰਮੀ ਦੀ ਹੱਦ ਲਾ ਲਈ ਆ ਜੀ ਇਹਨਾਂ ਨੇ। ਜਿਹੜੇ ਸਾਰੇ ਅਫਸਰ ਸਰਕਾਰਾਂ ਨੇ ਬੇਸ਼ਰਮੀ ਦੀ ਹੱਦ ਲਾ ਕੇ ਪੰਜਾਬ ਨੂੰ ਖੋਖਲਾ ਕਰਤਾ। ਹੁਣ ਮੋਦੀ ਵੀ, ਜਿਹੜੀ ਮੋਦੀ ਦੀ ਸਰਕਾਰ ਹੈ, 107ਵੇਂ ਥਾਂ ਤੇ ਚਲੀ ਗਈ ਹੈ। ਇਹ ਮਤਲਬ ਹੁਣ ਮਤਲਬ ਘਾਟੇ ਵਾਲੇ ਸੌਦੇ ਕਰਦੇ ਆ ਜੀ ਲੋਕ।
ਇਹ ਕੋਈ ਸ਼ਮਸ਼ੇਰ ਬੰਦੇ ਆਉਣ ਜੀ ਜਿਹੜੇ ਮਤਲਬ ਇਸ ਦੇਸ਼ ਨੂੰ ਬਚਾ ਸਕਦੇ, ਪੰਜਾਬ ਨੂੰ ਬਚਾ ਸਕਦੇ, ਨਹੀਂ ਤਾਂ ਨਹੀਂ ਬਚੂਗਾ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਸੇਖੋ ਸਾਹਿਬ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹੈਲੋ, ਹਾਂਜੀ, ਆਨਰ ਹੋ ਤੁਸੀਂ ਟੈਲੀਵਿਜ਼ਨ ਦੀ। ਸਤਿ ਸ਼੍ਰੀ ਅਕਾਲ, ਨੇ ਬੋਲਦਾ ਹੈ ਕੋਟ ਜੀ, ਤੋਂ। ਸਤਿ ਸ਼੍ਰੀ ਅਕਾਲ ਜੀ। ਗੱਲ ਇਹ ਆ, ਦੇਖੋ ਇਹ ਇਨਸਾਫ ਮਿਲਣਾ ਉਹ ਨਹੀਂ ਹੈਗਾ ਜੀ, ਗਵਰਨਮੈਂਟ ਦਾ ਕਹਿੰਦੇ ਵੇਚਦੇ, ਪਰ ਜੇ ਥੱਲੇ ਬੈਠੇ ਨਾ ਜਿੰਨਾ ਇਨਕੁਆਇਰੀ ਕਰਦੇ ਉਹ ਇਨਸਾਫ ਦੇ ਕੇ ਰਾਜੀ ਨਹੀਂ ਹੈਗੇ। ਕਿਉਂ ਉਹ ਦਵਾਸ ਲੈਣੇ ਆ ਲੱਗਦਾ ਕੱਲ ਨੂੰ ਗਵਰਨਮੈਂਟ ਤੇ ਟੱਪ ਵੱਧ ਗਈ, ਸਾਨੂੰ ਉਹਨਾਂ ਥੱਲੇ ਫੇਰ ਆਉਣਾ ਪੈਣਾ। ਜੇ ਉਹ ਨੌ ਵਿੱਚ ਪਾ ਵੀ ਨਹੀਂ ਤਾਂ ਹਲਕਾ ਪਾਉਣਗੇ ਵੀ ਐਵੇਂ ਵਿਚਾਰ ਟੋਲੇ ਪੂਰਾ ਕਰਨ ਵਾਲੀ ਜਿਵੇਂ ਵੀ ਨੌ ਜਾ ਪਾਤਾ ਨਿਕਲ ਜਾਣ ਛੇਤੀ। ਪਰ ਕਾਂਗਰਸ ਇਹਦੀ ਕਹਿੰਦੇ ਨਾ ਸੁਪਰੀਮ ਕੋਰਟ ਨੇ ਨਹੀਂ ਰੱਦ ਕੀਤੀ, ਉਹ ਹਾਈ ਕੋਰਟ ਨੇ ਰੱਦ ਕੀਤੀ ਸੀ ਕੁਮਰੇ ਵਿਜੇ ਪ੍ਰਤਾਪ ਵਾਲੀ ਉਹ ਜੀ ਹਾਈ ਕੋਰਟ ਨੇ। ਹਾਂਜੀ, ਦੂਜੀ ਗੱਲ ਇਹ ਸੀਗੀ ਉਹ ਕੀਤੀ ਕਿਹਨੇ ਸੀਗੀ, ਜਿਹੜਾ ਚਰਾਲਿਆਂ ਰਿਸ਼ਤੇ ਸੀਗਾ ਛਾਗਵਾਨ ਜੱਜ। ਇਹ ਉਹੀ ਜੱਜ ਆ ਜਿਹਨੇ ਬਲੈਂਕਟ ਭੇਜ ਦਿੱਤੀ ਸੀ ਸੈਣੀ ਨੂੰ। ਸੁਪਰੀਮ ਕੋਰਟ ਨੇ ਝਾੜ ਪਾਈ ਦੀ ਜੱਜ ਨੂੰ ਵੀ ਇਹਨੂੰ ਕੇਸ ਲੱਗੇ ਹੋਰ ਜੱਜ ਨੂੰ ਦੇਵੋ, ਇਹਨੇ ਬਲੈਂਕਟ ਬੇਲ ਕਿਉਂ ਦਿੱਤੀ ਜੀ। ਵਿਜੇ ਪ੍ਰਤਾਪ ਉਹ ਕਹਿੰਦਾ ਰਿਹਾ ਸੀ ਕੈਪਟਨ ਨੂੰ ਵੀ ਜਾ ਕੇ ਸੁਪਰੀਮ ਕੋਰਟ ਚੈਲੰਜ ਕਰ, ਮੇਰੀ ਜਿਹੜੀ ਹੈਗੀ ਆ ਬਣਾਈ ਹੋਈ ਜੀ, ਉਹਨੇ ਗਿਆ ਨਹੀਂ ਸੁਪਰੀਮ ਕੋਰਟ। ਉਹ ਇਹ ਇਮਾਨਦਾਰ ਬੰਦਾ, ਉਹ ਆ ਜੇ ਹੁਣ ਬੈਠੇ ਨਾ ਯਾਦਵ ਵਰਗੇ ਸਾਰੇ ਚੋਰ ਬੰਦੇ ਨੇ ਰਲੇ ਹੋਏ ਨੇ ਸਾਰੇ। ਓਕੇ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾ ਕੀ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਮੇਰੇ ਖਿਆਲ ਚ ਇਹ ਜਿਹੜਾ ਹੈ ਨਾ, ਪਹਿਲਾਂ ਤਾਂ ਰੋਡ ਆ, ਕੋਈ ਵੀ ਕਰਪਟ ਬੰਦਾ ਮੇਰੇ ਖਿਆਲ ਚ ਜੇ ਆਪਾਂ ਫੜ ਲਿਆ, ਕੋਈ ਬਹੁਤ ਵੱਡੀ ਗੱਲ ਨਹੀਂ ਫੜਨੇ ਚਾਹੀਦੇ ਜਿਹਨਾਂ ਨੇ ਕਰਪਸ਼ਨ ਕੀਤੀ ਆ, ਪਰ ਆਪਾਂ ਨੂੰ ਮਾਪਦੰਡ ਦੋਹਰਾ ਨਹੀਂ ਰੱਖਣਾ ਚਾਹੀਦਾ। ਹੁਣ ਜਿਹੜੇ ਆਪ ਹੈਗਾ ਫੌਜਾ ਸਿੰਘ ਸਰਾਰੀ, ਉਹਨੂੰ ਇਹ ਬਚਾ ਰਹੇ ਆ। ਦੂਜੀ ਗੱਲ ਤੁਸੀਂ ਬੇਅਦਬੀ ਕਰਦੇ, ਦੇਖੋ ਉਹ ਦੋ ਗੱਲਾਂ ਮੁੱਖ ਕਹਿ ਰਹੇ ਆ ਜਿਹੜੇ ਉੱਥੇ ਬੈਠੇ। ਉਹ ਪਹਿਲੀ ਗੱਲ ਕਹਿੰਦੇ ਵੀ ਸਿੱਧਾ ਤੇਰਾ ਜਿਹੜਾ ਸਿਰਸਾ ਉਹਦੇ ਤੇ FIR ਦਰਜ, ਉਹ ਇਹ ਕਰ ਨਹੀਂ ਸਕਦੇ ਕਿਉਂਕਿ ਇਹਨਾਂ ਦੀਆਂ ਹੁਣ ਮਾਲਵੇ ਜੋ 69 ਜੋ 66 ਸੀਟਾਂ ਜਿੱਤੇ ਆ ਝਾੜੂ ਵਾਲੇ, ਇਹਨਾਂ ਨੂੰ ਉਹਨਾਂ ਨੇ ਵੋਟ ਬਹੁਤ ਪਾਈ। ਦੂਜਾ ਇਹਨਾਂ ਨੇ ਹਰਿਆਣੇ 'ਚ ਵੀ ਇਲੈਕਸ਼ਨ ਲੜਨੀ। ਦੂਜੀ ਉਹ ਕਹਿ ਰਹੇ ਆ ਵੀ ਜਿਹੜੀ ਮੌਕੇ ਦਾ ਸਰਕਾਰ ਸੀ ਉਹਨਾਂ ਨੂੰ ਅੰਦਰ ਕਰੋ। ਇਹੋ ਯਾਰ ਲੌਜਿਕ ਨਾਲ ਜੇ ਦੇਖੀਏ ਤਾਂ ਕੋਈ ਕਾਨੂੰਨ ਹੈ ਨਹੀਂਗਾ ਵੀ ਜਿਹੜਾ CM ਜਾਂ ਡਿਪਟੀ CM ਹੋਵੇ, ਉਹਦੀ ਸਰਕਾਰ ਹੋਵੇ, ਜੇ ਤੁਸੀਂ ਉਹਨਾਂ ਨੂੰ ਅੰਦਰ ਕਰ ਲਓ। ਜੇ ਉਹ ਇਹੋ ਜਿਹਾ ਕੁਝ ਹੋਣ ਵਾਲਾ ਹੁੰਦਾ ਤਾਂ ਕੈਪਟਨ ਨੇ ਕਰ ਦੇਣਾ ਸੀਗਾ। ਉਹ ਕਰਨਗੇ ਵੀ CM ਦੀ ਸਰਕਾਰ ਸੀ, ਉਹਨਾਂ ਦੇ ਫਿਰ ਭਗਵੰਤ ਮਾਨ ਵੀ ਅੰਦਰ ਜਾਂਦਾ। ਹੁਣ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ, ਸਾਡੇ ਪਟਿਆਲੇ ਗੋਲੀ ਚੱਲੀ ਉਦੋਂ, ਤੇ ਉਹ CM ਦੇ ਦੀ ਨਹੀਂ ਆਉਂਦਾ। ਜਾਂ ਕੈਪਟਨ ਅਮਰਿੰਦਰ ਦੇ ਟਾਈਮ ਵੀ ਮੇਰੇ 2 ਕਿਸਾਨ ਗੋਲੀ ਨਾਲ ਮਾਰੇ ਗਏ ਸੀ ਬਰਨਾਲੇ। ਜਾਂ ਉਹ ਜਿਹੜਾ ਕਵਰ ਵਿਜੇ ਪ੍ਰਤਾਪ ਸਿੰਘ ਆ, ਉਹ ਜਿਹੜਾ ਕਹਿੰਦਾ ਵੀ ਕਾਲ ਡਿਟੇਲ ਦੇ ਆਧਾਰ ਤੇ ਉਹ ਹੁਣ ਜੇ ਸਰਕਾਰ ਹੋਵੇ, ਮੇਰੇ ਖਿਆਲ ਅਫਸਰਾਂ ਨੇ ਉਹ ਮੁੱਖ ਮੰਤਰੀ ਨਾਲ ਹੀ ਗੱਲ ਕਰਨੀ। ਕਿਉਂਕਿ ਹੁਣ ਅੱਜ ਭਗਵੰਤ ਕੋਈ ਹੈਪਨ ਹੋਵੇ, ਅਫਸਰਾਂ ਨੇ ਭਗਵੰਤ ਮਾਨ ਨਾਲ ਗੱਲ ਕਰਨੀ, ਨਾ ਪ੍ਰਤਾਪ ਬਾਜਵੇ ਨਾਲ ਤਸਵੀਰ ਬਾਦਲ ਨਾਲ। ਹੁਣ ਕਿੰਨਾ ਕਿ ਮੇਰੇ ਖਿਆਲ ਚ ਇਹਨਾਂ ਦੇ ਕੋਲ ਕੋਈ ਲੌਜਿਕ ਹੈ ਨਹੀਂਗਾ, ਮਤਲਬ ਮਿੱਟੀ ਝਾੜ ਰਹੇ ਆ। ਜੀ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਮੈਡਮ ਨਵਦੀਪ ਜੀ, ਭਾਈ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੀ ਗੁਜ਼ਾਰਿਸ਼ ਹੈ ਜੀ ਇੱਕ ਵੀ ਆਪਾਂ ਥੋੜਾ ਜਿਹਾ ਨਾ ਇਹ ਜਿਹੜੀ ਗੱਲ ਹੈ ਇਹਨੂੰ ਡੀਪ ਲੈ ਕੇ ਮੈਂ ਚੱਲਣਾ ਚਾਹੁੰਦਾ ਜੀ। ਜ਼ਰੂਰ। ਜੇ ਤੁਸੀਂ ਸਹੀ ਸਮਝੋ ਤੇ ਮੈਂ ਇਸ ਗੱਲ ਦੇ ਵਿੱਚ ਇਹ ਕਹਿਣਾ ਵੀ ਜਿਹੜੇ ਬੇਸ਼ੱਕ ਇਹ ਗੋਲੀकांड ਜਿਹੜਾ ਹੋਇਆ ਬਰਗਾੜੀ ਵਾਲਾ, ਕੋਟਕਪੂਰੇ ਵਾਲਾ, ਬਾਬਲ ਕਲਾਂ ਵਾਲਾ, ਇਹ ਅਕਾਲੀ ਦਲ ਦੀ ਸਰਕਾਰ 'ਚ ਹੋਇਆ। ਬੇਸ਼ੱਕ ਕੈਪਟਨ ਨੇ ਗੁਟਕੇ ਨਾਲ ਸਹੁੰ ਚੁੱਕੀ, ਬੇਸ਼ੱਕ ਭਗਵੰਤ ਮਾਨ ਤੇ ਕੇਜਰੀਵਾਲ ਨੇ ਕਿਹਾ, ਪਰ ਜੇ ਇਹਨਾਂ ਤਿੰਨਾਂ ਨੂੰ ਇੱਕ ਪਾਸੇ ਰੱਖ ਦਈਏ ਤੇ ਦੋਸ਼ ਸਾਰੇ ਦਾ ਸਾਰਾ ਭਾਜਪਾ ਦਾ। ਕਿਉਂਕਿ ਪਹਿਲੇ ਨੰਬਰ ਤੇ ਐਟ ਦੈਟ ਟਾਈਮ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਸੀ ਉਹ ਭਾਜਪਾ ਦਾ ਸੀ ਜੀ। ਸ਼ਾਇਦ ਉਸ ਵੇਲੇ ਰਾਜਨਾਥ ਸੀ। ਇਹ ਤਾਂ ਨਹੀਂ ਨਾ ਹੋ ਸਕਦਾ ਵੀ ਪਾਠ ਕਰਦੀਆਂ ਸੰਗਤਾਂ ਦੇ ਉੱਤੇ ਗੋਲੀ ਚੱਲੀ ਹੋਵੇ ਤੇ ਸਾਰੀ ਦੁਨੀਆ 'ਚ ਉਹਦਾ ਹੋ ਗਿਆ ਹੋਵੇ ਹਿਲਜੁਲ, ਤੇ 5 ਲੱਖ ਬੰਦੇ ਦਾ ਅੰਮ੍ਰਿਤਸਰ ਦੇ ਵਿੱਚ ਸਰਬੱਤ ਖਾਲਸਾ ਵੀ ਹੋ ਗਿਆ ਹੋਵੇ ਤੇ more than 5 ਲੱਖ, ਤੇ ਸੈਂਟਰ ਗਵਰਨਮੈਂਟ ਨੂੰ ਉਹਦਾ ਪਤਾ ਹੀ ਨਾ ਲੱਗਾ ਹੋਵੇ, ਤੇ ਸੂਬੇ ਦਾ ਜਿਹੜਾ ਗ੍ਰਹਿ ਮੰਤਰੀ ਤੇ ਡਿਪਟੀ CM ਹੈ ਉਹ ਕਹਿੰਦਾ ਅਣਪਛਾਤੀ ਪੁਲਿਸ ਚਲਾ ਗਈ ਗੋਲੀ। ਰਾਜਨਾਥ ਨੇ ਉਦਣ ਪੰਜਾਬ ਦੇ ਮਤਲਬ DGP ਨੂੰ ਤੇ ਜਿਹੜਾ ਸੀਗਾ ਮੁੱਖ ਸਕੱਤਰ ਤੇ ਇਹ ਸੁਖਬੀਰ, ਇਹਨਾਂ ਨੂੰ ਕਿਉਂ ਨਾ ਉੱਥੇ ਦਿੱਲੀ ਤਲਬ ਕੀਤਾ ਵੀ ਇਹ ਕਿਹੜੀ ਹੁੰਦੀ ਓਏ ਅਣਪਛਾਤੀ ਪੁਲਿਸ, ਕਿਹੜੀ ਹੁੰਦੀ ਆ।
ਜੀ ਬਿਲਕੁਲ ਮੇਰੀ ਗੱਲ ਸਮਝਿਓ ਨਾ। ਜੀ। ਮਤਲਬ ਆਪਾਂ ਗੱਲ ਇਹ ਵੀ ਕਾਲਰ ਆਇਆ, ਪੱਤੇ ਫੜੇ ਖਿੱਚੇ ਪਾਸੇ ਕਰਤੇ, ਪੱਤੇ ਖਿੜੇ ਸੁੱਟਦੇ ਪਾਸੇ ਕਰਤੇ, ਕਿਸੇ ਨੇ ਪੱਤੇ ਨਾਲ ਟਾਹਣੀ ਤੋੜਤੀ, ਲੇਕਿਨ ਜੜ ਵਾਲੇ ਬੰਨੇ ਕੋਈ ਜਾਂਦਾ ਹੀ ਨਹੀਂ। ਜੇ ਸੁਖਬੀਰ ਬਾਦਲ ਜਾਂ ਸਮੇਧ ਸੈਣੀ ਜਾਂ ਪਰਮਰਾਜ ਸਿੰਘ ਜਾਂ ਉਹ ਦੂਜਾ ਕੀ ਨਾਂ ਸੀ ਹੁਸ਼ਿਆਰਪੁਰ ਵਾਲਾ ਐਸਪੀ ਸੀ ਜਿਹੜਾ ਕੋਈ ਦਿਨ ਅੰਦਰ ਵੀ ਦਿੱਤਾ ਸੀ, ਚਰਨਜੀਤ, ਜੇ ਚਰਨਜੀਤ ਤੇ ਉਮਰਾ ਨੰਗਲ ਤੇ ਸਮੇਧ ਤੇ ਇਹ ਸੈਣੀ ਨੇ ਤੇ ਇਹਨਾਂ ਸਾਰਿਆਂ ਦਾ ਬਾਪੂ ਬੈਠਾ ਸੀ ਰਾਜਨਾਥ। ਸਭ ਤੋਂ ਪਹਿਲਾਂ ਰਾਜਨਾਥ ਨੂੰ ਕਿਉਂ ਨਹੀਂ ਕਟਾਰੇ 'ਚ ਖੜਾ ਕਰਦੇ ਵੀ ਤੂੰ ਕੀ ਕਰਦਾ ਸੀ, ਕਿਹੜੇ ਦੇਸ਼ ਦਾ ਤੂੰ ਗ੍ਰਹਿ ਮੰਤਰੀ ਸੀ, ਤੇਰੇ ਇਹਦੇ ਵਿੱਚ ਹੋਇਆ। ਹੁਣ ਦੂਜੀ ਗੱਲ ਇਹ ਵੇਖੋ, ਜੇ ਇਹ ਇਨਸਾਫ ਨਾ ਦੇਣ ਕੋਈ ਗੱਲ ਨਹੀਂ, ਸਿੰਘ ਜਦੋਂ ਤੋਂ ਜਨਮ ਮਤਲਬ ਪ੍ਰਗਟ ਹੋਈ ਨਾ ਖਾਲਸਾ ਕੌਮ, ਉਦੋਂ ਤੋਂ ਸ਼ਹੀਦੀਆਂ ਹੁੰਦੀਆਂ। ਅੱਜ ਪਹਿਲੀ ਵਾਰੀ ਨਹੀਂ, ਇਹ ਦੋ ਸਿੰਘ ਜਿਹੜੇ ਸ਼ਹੀਦ ਹੋਏ ਪਹਿਲੀ ਵਾਰ ਨਹੀਂ ਹੋਏ, ਅਤੇ ਅਖੀਰਲੇ ਵੀ ਨਹੀਂ, ਗਾਂਹ ਵੀ ਹੁੰਦੇ ਰਹਿਣੇ ਆ ਤੇ ਪਹਿਲਾਂ ਵੀ ਹੋਏ ਆ। ਲੇਕਿਨ ਜਿਹੜਾ ਜ਼ਖਮ ਦੇ ਇੱਕ ਕਿਸੇ ਦਾ ਜ਼ਖਮ ਹੋ ਜਾਏ ਨਾ, ਜ਼ਖਮ ਤੇ ਤੁਸੀਂ ਜੇ ਮਲਮ ਨਹੀਂ ਲਾਉਣੀ ਤੇ ਲੂਣ ਵੀ ਨਾ ਭੁੱਕੋ, ਆਪੇ ਮਹੀਨੇ ਨਹੀਂ ਤੇ 2 ਮਹੀਨੇ ਸੁੱਕ ਜੂਗਾ ਜ਼ਖਮ। ਜੀ ਬਿਲਕੁਲ। ਇਹ ਜ਼ਖਮ ਦੇ ਉੱਤੇ ਲੂਣ ਸੁੱਟਦੇ ਪਏ ਆ। ਜਿਹੜੀ ਸਾਰੀ ਸਿਆਪੇ ਦੀ ਜੜ ਆ, ਉਹਨੂੰ ਤੇ ਇਹਨਾਂ ਨੇ 1.5 ਸਾਲ 'ਚ 5 ਵਾਰਾਂ ਇਹਨੂੰ ਰਿਹਾ ਕਰ ਦਿੱਤਾ, ਉਹਨੂੰ ਤਾਂ 5 ਵਾਰਾਂ ਪਰੋਲ ਦੇ ਦਿੱਤੀ ਆ। ਇਹ ਗੱਲ ਦਾ 2 ਗੱਲਾਂ ਦਾ ਜਵਾਬ, ਬਾਕੀ ਸਾਰੀਆਂ ਗੱਲਾਂ ਦਾ ਜਵਾਬ ਕੈਪਟਨ ਕੋ ਵੀ ਲਓ, ਭਗਵੰਤ ਮਾਨ ਕੋ ਵੀ ਲਓ, ਬਾਦਲ ਕੋ ਸੁਖਬੀਰ ਜਿੱਦ ਕੋ ਮਰਜ਼ੀ ਲਓ, ਲੇਕਿਨ ਭਾਜਪਾ ਕੋਲੋਂ 2 ਗੱਲਾਂ ਦਾ ਜਵਾਬ ਲਓ ਵੀ ਉਸ ਵੇਲੇ ਇਹ ਜਿਹੜਾ ਤੁਹਾਡਾ ਰਾਜਨਾਥ ਆ ਕੜੀ ਨਿੰਦਾ ਕਰਨਗੇ। ਇਹ ਸਾਰੀ ਦੁਨੀਆ ਦੀ, ਪਾਕਿਸਤਾਨ ਵਾਲੇ ਬਿਰਿਆਨੀ 'ਚ ਟਮਾਟਰ ਪਾ ਲੈਣ ਤੇ ਇਹ ਕਹਿੰਦਾ ਹਮ ਕੜੀ ਨਿੰਦਾ ਕਰਾਂਗੇ, ਤੇਰੇ ਦੇਸ਼ 'ਚ 2 ਸਿੰਘ ਸ਼ਹੀਦ ਹੋ ਗਏ ਤੇ ਉਹਨਾਂ ਨੇ ਅਣਪਛਾਤੀ ਪੁਲਿਸ, ਉਹਦੀ ਤੋਂ ਨਿੰਦਾ ਕਿਉਂ ਨਹੀਂ? ਕਿਹੜੀ ਜੀਭ ਤੇ ਕੈਂਸਰ ਹੋਈ ਸੀ? ਜੀ ਬਿਲਕੁਲ, ਬਹੁਤ ਧੰਨਵਾਦ। ਤੇ ਇੱਕ 2 ਗੱਲਾਂ ਤੇ ਇਹਨਾਂ ਨੂੰ ਘੇਰਨਾ ਚਾਹੀਦਾ ਵੀ ਇੱਕ ਉਦੋਂ ਕਿਉਂ ਕੀਤਾ ਤੇ ਦੂਜਾ ਹੁਣ ਉਹਨੂੰ ਛੁੱਟੀ ਕਿਉਂ ਦਿੰਦੇ, ਕਿਹੜੀ ਗੱਲ ਵਾਸਤੇ ਦਿੰਦੇ ਆ? ਜੀ ਬਿਲਕੁਲ, ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਤਾਂ ਜਿਵੇਂ ਕਿ ਸੋਢੀ ਸਾਹਿਬ ਨੇ ਕਿਹਾ ਕਿ ਉਸ ਵੇਲੇ ਸੀਗੇ ਜਿਹੜੇ ਰਾਜਨਾਥ ਸੀਗੇ ਤਾਂ ਸੁਖਬੀਰ ਬਾਦਲ ਨੂੰ, ਉਮਰਾ ਨੰਗਲ ਨੂੰ, ਚਰਨਜੀਤ ਸ਼ਰਮਾ ਦਾ ਨਾਮ ਦਿੱਤਾ, ਤਾਂ ਸੁਮੇਧ ਸੈਣੀ ਦਾ ਨਾਮ ਦਿੱਤਾ ਕਿ ਉਹਨਾਂ ਸਾਰਿਆਂ ਨੂੰ ਕਟਹਿਰੇ ਦੇ ਵਿੱਚ ਖੜਾ ਜ਼ਰੂਰ ਕਰਨਾ ਚਾਹੀਦਾ ਸੀ, ਉਹਨਾਂ ਤੋਂ ਪੁੱਛਣਾ ਚਾਹੀਦਾ ਸੀ ਕਿ ਆਖਿਰਕਾਰ ਇਹ ਸਭ ਕੁਝ ਕਿਵੇਂ ਹੋ ਗਿਆ। ਪਰ ਸੋਢੀ ਸਾਹਿਬ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਉਦੋਂ ਹੁਣ ਬੇਸ਼ੱਕ ਇਹ ਨਾਟਕ ਕਰਦੇ ਹੋਣ ਕਿ ਸਾਡੀ ਆਪਸੀ ਭਾਈਵਾਲਤਾ ਨਹੀਂ ਰਹੀ, ਤੇ ਉਦੋਂ ਬੀਜੇਪੀ ਤੇ ਅਕਾਲੀ ਦਲ ਭਾਈ ਸੀ, ਤਾਂ ਭਾਈ ਇੱਕ ਦੂਜੇ ਨੂੰ ਕਟਹਿਰੇ 'ਚ ਖੜਾ ਨਹੀਂ ਕਰਨਗੇ, ਕਿਉਂਕਿ ਬਹੁਤ ਸਾਰੀ ਆਮਦਨ ਹੈ ਬੀਜੇਪੀ ਨੂੰ ਜੋ ਪੰਜਾਬ ਦੇ ਵਿੱਚੋਂ ਹੀ ਹੁੰਦੀ ਸੀ, ਜੋ ਅਕਾਲੀ ਦਲ ਪ੍ਰੋਵਾਈਡ ਕਰਵਾਉਂਦਾ ਸੀ। ਤਾਂ ਇਦਾਂ ਕਿੱਦਾਂ ਹੋ ਜਾਂਦਾ ਕਿ ਉਹ ਇਹਨਾਂ ਦਾ ਨਾਮ ਲੈ ਦਿੰਦੇ, ਕਿਉਂਕਿ ਹਲੇ ਵੀ ਇਹਨਾਂ ਦੇ ਪਿੱਛੇ ਉਹਨਾਂ ਦਾ ਹੱਥ ਹੈ। ਨਹੀਂ, ਉਹ ਠੀਕ ਆ ਨਵਦੀਪ, ਜਿਹੜੀ ਸਾਡੇ ਕਾਲਰ ਨੇ ਗੱਲ ਕੀ ਆ, ਚਲੋ ਆਪੋ ਆਪਣੇ ਵਿਚਾਰ ਹੁੰਦੇ ਨੇ, ਹਰ ਬੰਦਾ ਆਪੋ ਆਪਣੀ ਗੱਲ ਰੱਖਦਾ, ਪਰ ਲਾਅ ਐਂਡ ਆਰਡਰ ਸੂਬੇ ਦੇ ਵਿੱਚ ਜਿਹੜਾ ਮੇਨਟੇਨ ਕਰਨਾ ਜਾਂ ਉਸ ਚੀਜ਼ ਨੂੰ ਮੇਨਟੇਨ ਕਰਕੇ ਰੱਖਣਾ, ਉਹ ਕਿਤੇ ਨਾ ਕਿਤੇ ਸੂਬਾ ਸਰਕਾਰ ਦੇ ਜ਼ਿੰਮੇ ਵੀ ਆਉਂਦਾ ਹੈ ਨਾ। ਹੁਣ ਕਿ ਹਰ ਗੱਲ ਨੂੰ ਅਗਰ ਉਹ ਸਰਕਾਰ ਚੁਣੀ ਹੈ ਲੋਕਾਂ ਨੇ, ਅਗਰ ਮੈਜੋਰਟੀ ਦਿੱਤੀ ਹੈ, ਅਗਰ ਪਾਵਰ ਹੈਗੀ ਹੈ, ਕੋਈ ਤੁਹਾਡੇ ਕੋਲ ਸੰਵਿਧਾਨ ਦੇ ਕੋਈ ਅਧਿਕਾਰ ਹੈਗੇ ਨੇ, ਕੋਈ ਕਾਨੂੰਨ ਹੈਗਾ, ਕੋਈ ਰੂਲ ਆਫ ਲਾਅ ਹੈਗਾ, ਤਾਂ ਉਹ ਫਿਰ ਉਸ ਤਖਤ ਤੇ ਜਿਹੜਾ ਬੈਠਾ ਹੈ, ਅਗਰ ਚੀਫ ਮਿਨਿਸਟਰ ਦੀ ਕੁਰਸੀ ਤੇ ਪ੍ਰਕਾਸ਼ ਸਿੰਘ ਬਾਦਲ ਬੈਠੇ ਨੇ, ਡਿਪਟੀ ਮੁੱਖ ਮੰਤਰੀ ਬੈਠਾ, ਤਾਂ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ। ਠੀਕ ਆ, ਚਲੋ ਕਾਲਰ ਨੇ ਕਿਹਾ ਕਿ ਰਾਜਨਾਥ ਸਿੰਘ ਉਸ ਵੇਲੇ ਗ੍ਰਹਿ ਮੰਤਰੀ ਸੀ ਜਾਂ ਜਿਹੜੇ ਵੀ ਗ੍ਰਹਿ ਮੰਤਰੀ ਸੀਗੇ ਉਹਨਾਂ ਦੀ ਜ਼ਿੰਮੇਵਾਰੀ, ਠੀਕ ਆ, ਉਹ ਜ਼ਿੰਮੇਵਾਰੀ ਬਾਅਦ 'ਚ ਜ਼ਰੂਰ ਆਪਾਂ ਕਹਿ ਸਕਦੇ ਹਾਂ ਬਣਦੀ ਹੋਏਗੀ, ਸੈਕੰਡਰੀ, ਬਟ ਫਸਟ ਆਪਾਂ ਕਹਿ ਲਈਏ ਕਿ ਪ੍ਰਾਇਮਰੀ ਜ਼ਿੰਮੇਵਾਰੀ ਹੈ ਜਿਹੜੀ, ਅਗਰ ਸੂਬੇ ਦੇ ਵਿੱਚ ਕੋਈ ਸਰਕਾਰ ਹੈਗੀ ਹੈ ਤਾਂ ਉਹ ਮੁੱਖ ਮੰਤਰੀ ਦੀ ਬਣਦੀ ਹੈ। ਇਨ ਕੇਸ ਕਿ ਸੂਬੇ 'ਚ ਕੋਈ ਸਰਕਾਰ ਨਹੀਂ ਹੈਗੀ, ਗਵਰਨਰੀ ਰੂਲ ਹੈ, ਤਾਂ ਫਿਰ ਕਹਿ ਸਕਦੇ ਆ ਕਿ ਕੇਂਦਰ ਜਿਹੜਾ ਉਹ ਡੈਫੀਨੇਟਲੀ ਉਹਦੇ ਲਈ ਜ਼ਿੰਮੇਵਾਰ ਹੋ ਸਕਦਾ। ਪਰ ਅਗਰ ਤਖਤ ਤੇ ਤੁਸੀਂ ਪੰਜਾਬ ਦੇ ਲੋਕਾਂ ਨੇ ਇੱਕ ਮੁੱਖ ਮੰਤਰੀ ਚੁਣ ਕੇ ਬਿਠਾਇਆ ਹੈ, ਇੱਕ ਡਿਪਟੀ ਮੁੱਖ ਮੰਤਰੀ ਚੁਣ ਕੇ ਬਿਠਾਇਆ ਹੈ, ਤਾਂ ਜ਼ਿੰਮੇਵਾਰੀ ਕਿਤੇ ਨਾ ਕਿਤੇ ਉਹਨਾਂ ਦੀ ਬਣਦੀ ਹੈ। ਇਸ ਗੱਲ ਤੋਂ ਮੁਨਕਰ ਜਿਹੜਾ ਉਹ ਨਹੀਂ ਹੋ ਸਕਦੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਿੱਧੇ ਤੌਰ ਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਆਪਾਂ ਵਿੱਚ ਲੈ ਲਈਏ, ਉਹ ਠੀਕ ਹੈ ਸੈਕੰਡਰੀ ਚੀਜ਼ ਹੋ ਸਕਦੀ ਹੈ ਜਾਂ ਉਹਨੂੰ ਅਲੱਗ ਪਹਿਲੂ ਨਾਲ ਦੇਖਿਆ ਜਾ ਸਕਦਾ ਹੈ, ਪਰ ਜਿਹੜਾ ਮੁੱਖ ਮੰਤਰੀ ਬੈਠਾ ਉਹਦੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਹੈ। ਜੀ ਬਿਲਕੁਲ। ਤੇ ਹਾਲੇ ਤੱਕ ਬੇਅਦਬੀ ਕਾਂਡ ਜਾਂ ਫਿਰ ਗੋਲੀ ਕਾਂਡ ਦੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਸਜ਼ਾਵਾਂ ਮਿਲਣ ਤਾਂ ਦੂਰ ਦੀ ਗੱਲ ਹੈ, ਹਾਲੇ ਤੱਕ ਇਹ ਵੀ ਨਾਮ ਸਾਹਮਣੇ ਨਹੀਂ ਆਏ ਕਿ ਆਖਿਰਕਾਰ ਉਹਨਾਂ ਮਸਲਿਆਂ ਦੇ ਪਿੱਛੇ ਕੌਣ ਸੀ, ਕਿਹਨਾਂ ਦੀ ਸਾਜ਼ਿਸ਼ ਸੀ, ਜਾਂ ਕਿਹੜੇ ਉਹ ਲੋਕ ਨੇ ਜਿਨ੍ਹਾਂ ਵੱਲੋਂ ਇਹ ਕਾਂਡ ਵੀ ਕਰਵਾ ਦਿੱਤੇ ਗਏ ਤੇ ਹਾਲੇ ਵੀ 7 ਸਾਲ ਹੋ ਗਏ ਨੇ ਤੇ ਉਹਨਾਂ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਆ ਰਿਹਾ। ਸੋ ਸਰਕਾਰਾਂ ਸਮੇਂ ਦੀਆਂ ਕਹਿੰਦੀਆਂ ਆਈਆਂ ਨੇ ਕਿ ਜ਼ਰੂਰ ਫੜਿਆ ਜਾਵੇਗਾ, ਸਲਾਖਾਂ ਪਿੱਛੇ ਸੁੱਟਿਆ ਜਾਵੇਗਾ ਤੇ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾਣਗੀਆਂ। ਪਰ ਸਜ਼ਾਵਾਂ ਕਦੋਂ ਦਿੱਤੀਆਂ ਜਾਣਗੀਆਂ, ਕਦੋਂ ਉਹ ਬੇਨਕਾਬ ਹੋਣਗੇ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਇਸ ਤੋਂ ਬਾਅਦ ਆਪਾਂ ਵਧਾਂਗੇ ਅਗਲੀ ਖਬਰ ਵੱਲ ਕਿ ਬੀਜੇਪੀ ਦੇ ਜਿਹੜੇ ਆਗੂ ਨੇ
ਸੁੰਦਰ ਸ਼ਾਮ ਅਰੋੜਾ ਉਹਨਾਂ ਨੂੰ ਵੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ 50 ਲੱਖ ਦੀ ਰਿਸ਼ਵਤ ਦੇਣ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਜਿਹੜੇ ਦੋਸ਼ ਨੇ ਉਹ ਲੱਗ ਰਹੇ ਨੇ। ਸੋ ਬਲਦੀਪ ਜੀ, ਕੀ ਪੂਰਾ ਮਾਮਲਾ ਹੈ? ਇਹ ਸਾਬਕਾ ਕੈਬਨਿਟ ਮੰਤਰੀ ਨੇ ਨਵਦੀਪ, ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਵਿੱਚ ਰਹੇ ਨੇ, ਸਨਅਤ ਮੰਤਰੀ, ਇੰਡਸਟਰੀ ਮੰਤਰੀ ਰਹੇ ਨੇ, ਔਰ ਉਹਨਾਂ ਦੇ ਖਿਲਾਫ ਜਿਹੜੀ ਹੈ ਵਿਜੀਲੈਂਸ ਦੇ ਵੱਲੋਂ ਜਾਂਚ ਚੱਲ ਰਹੀ ਸੀ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਦੇ ਵਿੱਚ। ਔਰ ਕੱਲ ਵਿਜੀਲੈਂਸ ਵੱਲੋਂ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਇਹ ਦੱਸਿਆ ਕਿ ਸੁੰਦਰ ਸ਼ਾਮ ਅਰੋੜਾ ਨੇ ਵਿਜੀਲੈਂਸ ਦੇ ਇੱਕ ਅਧਿਕਾਰੀ ਨੂੰ ਜਿਹੜਾ ਉਹਨਾਂ ਨਾਲ ਸੰਪਰਕ ਕੀਤਾ। ਹਾਲਾਂਕਿ ਉਹ ਵਿਜੀਲੈਂਸ ਦਾ ਅਧਿਕਾਰੀ ਕਹਿ ਰਿਹਾ ਕਿ ਸੁੰਦਰ ਸ਼ਾਮ ਅਰੋੜਾ ਉਹਨਾਂ ਨੂੰ ਪਹਿਲਾਂ ਤੋਂ ਹੀ ਜਾਣਦੇ ਸੀਗੇ ਔਰ ਸੰਪਰਕ ਕੀਤਾ ਤਾਂ ਉਸ ਦੇ ਵਿੱਚ ਆ ਕੇ ਜਿਹੜੀ ਆ ਉਹਨਾਂ ਨਾਲ ਗੱਲਬਾਤ ਕੀਤੀ ਤੇ ਪੇਸ਼ਕਸ਼ ਜਿਹੜੀ ਹੋਈ ਹੈ ਰਿਸ਼ਵਤ ਦੀ 1 ਕਰੋੜ ਦੀ ਜੋ ਪੇਸ਼ਕਸ਼ ਕਹਿੰਦੇ ਕਿ ਸੁੰਦਰ ਸ਼ਾਮ ਅਰੋੜਾ ਨੇ ਕੀਤੀ ਸੀ ਔਰ ਉਸ ਦੇ ਵਿੱਚੋਂ 50 ਲੱਖ ਰੁਪਏ ਜਦੋਂ ਪੇਸ਼ਕਸ਼ ਕੀਤੀ ਤਾਂ ਉਸ ਵਿਜੀਲੈਂਸ ਅਧਿਕਾਰੀ ਨੇ ਆਪਣੇ ਸੀਨੀਅਰ ਨੂੰ ਦੱਸਿਆ ਔਰ ਉਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਜਿਹੜਾ ਇੱਕ ਬਕਾਇਦਾ ਤੌਰ ਆਪਾਂ ਕਹਿ ਲਈਏ ਕਿ ਟਰੈਪ ਲਗਾਇਆ ਕਿ ਜਦੋਂ ਸੁੰਦਰ ਸ਼ਾਮ ਅਰੋੜਾ ਰਿਸ਼ਵਤ ਲੈ ਕੇ ਆਉਣਗੇ ਤਾਂ ਉਸ ਵੇਲੇ ਕਾਬੂ ਜਿਹੜਾ ਉਹਨਾਂ ਨੂੰ ਕੀਤਾ ਜਾਏਗਾ। ਤੋ ਜ਼ੀਰਕਪੁਰ ਤੋਂ ਇਹ ਗ੍ਰਿਫਤਾਰੀ ਹੋਈ ਹੈ ਦੇਰ ਰਾਤ, ਆਪਾਂ ਕਹਿ ਲਈਏ ਕਿ ਸ਼ਨੀਵਾਰ ਰਾਤ ਨੂੰ ਜਿਹੜੀ ਆ ਇਹ ਗ੍ਰਿਫਤਾਰੀ ਹੋਈ ਹੈ ਜ਼ੀਰਕਪੁਰ ਤੋਂ। ਔਰ ਕਹਿੰਦੇ ਕਿ ਜਿਸ ਵੇਲੇ ਗ੍ਰਿਫਤਾਰੀ ਹੋਈ ਆ ਉਸ ਵੇਲੇ 50 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਆ ਉਹ ਉਸ ਵਿਜੀਲੈਂਸ ਦੇ ਅਧਿਕਾਰੀ ਨੂੰ ਸੁੰਦਰ ਸ਼ਾਮ ਅਰੋੜਾ ਨੇ ਜਿਹੜੇ ਉਹ ਦੇਣ ਜਾ ਰਹੇ ਸੀਗੇ ਤੇ ਇਸ ਕਰਕੇ ਹੁਣ ਉਹਨਾਂ ਦੇ ਉੱਪਰ ਰਿਮਾਂਡ ਵੀ ਜਿਹੜਾ ਪੁਲਿਸ ਨੂੰ ਮਿਲ ਗਿਆ। ਕੱਲ ਕੋਰਟ ਦੇ ਵਿੱਚ ਪੇਸ਼ੀ ਹੋਈ ਸੀਗੀ ਔਰ ਦੇਖਦੇ ਹਾਂ ਕਿ ਅਗਲੀ ਜਾਂਚ ਦੇ ਵਿੱਚ ਹੁਣ ਕੀ ਸਾਹਮਣੇ ਆਉਂਦਾ। ਪਰ ਕਿਉਂਕਿ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਮਾਮਲਾ ਪਹਿਲਾਂ ਤੋਂ ਹੀ ਉਸ ਖਿਲਾਫ ਉਹਨਾਂ ਦੇ ਖਿਲਾਫ ਜਾਂਚ ਹੋ ਰਹੀ ਸੀ ਔਰ ਹੁਣ ਦੂਜੇ ਪਾਸੇ ਕਰਪਸ਼ਨ ਦੀ, ਰਿਸ਼ਵਤ ਦੇਣ ਦੀ ਇੱਕ ਵਿਜੀਲੈਂਸ ਅਧਿਕਾਰੀ ਨੂੰ ਉਹ ਵੀ ਕਿਤੇ ਨਾ ਕਿਤੇ ਮਾਮਲਾ ਨਾਲ ਜੁੜ ਗਿਆ। ਜੀ ਬਿਲਕੁਲ, ਤੇ ਕਾਲਰ ਵੀ ਲਗਾਤਾਰ ਸਾਡੇ ਨਾਲ ਬਣ ਰਹੇ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ, ਛੋਟੀ ਸਾਹਿਬ ਕਹਿੰਦੇ ਸੀ ਨਾ ਵੀ ਬੀਜੇਪੀ ਨੂੰ ਫੜਨਾ ਚਾਹੀਦਾ। ਮੈਂ ਕਹਿੰਦਾ ਸਰ ਜੀ ਤੁਸੀਂ ਬੀਜੇਪੀ ਦਾ ਕੁਝ ਨਹੀਂ ਕਰਦੇ, ਬੀਜੇਪੀ ਤਾਂ ਆਪਣੇ ਵਾਸਤੇ ਕੰਮ ਕਰ ਰਹੀ ਹੈ। ਦੇਖੋ ਸਾਰੇ ਜੱਜ ਉਹਨਾਂ ਦੇ ਹੱਕ 'ਚ ਫੈਸਲੇ ਦੇ ਰਹੇ ਨੇ। ਨੰਬਰ 2, ਅਮਿਤ ਸ਼ਾਹ ਦਾ ਬੇਟਾ ਸੀ ਉੱਤੇ, ਜਿਹੜੀ BCCI ਦੀ ਟਰਨ ਸੀਗੀ ਚੇਅਰਮੈਨ ਦੀ 3 ਸਾਲ ਦੀ ਸੀਗੀ, ਸੁਪਰੀਮ ਕੋਰਟ ਨੇ ਮਿੰਟੋ ਮਿੰਟੀ ਕਾਨੂੰਨ ਚੇਂਜ ਕਰਾਤਾ, ਕਹਿੰਦੇ ਜਾਂ 20 ਸਾਲ ਰਹੋ। ਫਿਰ ਆਪਣੀ ਪੰਜਾਬ ਯੂਨੀਵਰਸਿਟੀ ਹੈ ਚੰਡੀਗੜ੍ਹ PU ਹੈ, ਉੱਥੇ ਜਿਹੜਾ ਪ੍ਰਧਾਨ ਖੜਦਾ ਵੋਟਾਂ ਦੇ ਵਿੱਚ ਬੱਚਾ, ਉਹਦੀ ਉਮਰ 25 ਸਾਲ ਤੱਕ ਹੋਣੀ ਚਾਹੀਦੀ ਹੈ। ਇਹਨਾਂ ਨੇ ਉਹਦਾ ਵੀ ਬਦਲਾ ਕੇ 27 ਸਾਲ ਕਰਤਾ। ਜਿਹੜੇ ਤੋਂ ਪ੍ਰਧਾਨ ਖੜਾ ਰਹੇ ਨੇ ਉਹਨੂੰ ਜੂਡੋ ਕਰਾਟੇ ਵਿੱਚ ਐਡਮਿਸ਼ਨ ਪਵਾਤੀ, ਉਹ ਵੀ ਗਲਤ ਤਰੀਕੇ ਨਾਲ ਹੋ ਨਹੀਂ ਸਕਦੀ ਜਿਹੜੀ ਕਿ ਠੀਕ ਹੈ ਜੀ। ਬੀਜੇਪੀ ਆਪਣੇ ਵਾਸਤੇ ਕੰਮ ਨਹੀਂ ਕਰਦੀ, ਬੀਜੇਪੀ ਥੋੜੇ ਹੱਡਾਂ ਦੇ ਡੰਡੇ ਮਾਰਨ ਵਾਸਤੇ ਕੰਮ ਕਰਦੀ ਹੈ, ਇਸ ਗੱਲ ਨੂੰ ਸਮਝੋ। ਨੰਬਰ 2, ਵਿਜੇ ਪ੍ਰਤਾਪ ਸਲੂਟ ਕਰਦੇ, ਉਹਦੇ ਵਰਗਾ ਬੰਦਾ ਨਹੀਂ ਜਿਹਨੇ ਐਡੀ ਬੜੀ ਆਪਣੀ ਜੌਬ ਨੂੰ ਠੋਕਰ ਮਾਰਤੀ ਹੈ। ਠੀਕ ਹੈ, ਗੁਰੂ ਗ੍ਰੰਥ ਸਾਹਿਬ ਪਿੱਛੇ ਸਾਡਿਆਂ ਨੇ ਕੀ ਕੀਤਾ, ਜਦੋਂ ਸੈਸ਼ਨ ਚੱਲ ਰਿਹਾ ਸੀ ਆਪਣਾ ਵਿਧਾਨ ਸਭਾ ਦਾ, ਉਹ ਬੋਲ ਰਿਹਾ ਸੀ, ਉਹ ਬਾਰ-ਬਾਰ ਕਹਿ ਰਿਹਾ ਸੀ ਵੀ ਬਾਜਵਾ ਸਾਹਿਬ ਤੁਹਾਡੇ ਪੱਖ ਦੀ ਗੱਲ ਹੈ, ਤੁਹਾਡੇ ਹੱਕ ਦੀ ਗੱਲ ਹੈ, ਪਰ ਕਾਂਗਰਸ ਨੇ ਉਹ ਕੁੱਤੇ ਹਾਣੀ ਕੀਤੀ ਜਿੰਨਾ ਚਿਰ ਉਹ ਬੋਲਦਾ ਰਿਹਾ ਵਿਚਾਰਾ ਉਹਦੀ ਇੱਕ ਵੀ ਗੱਲ ਨਹੀਂ ਸੁਣਨ ਦਿੱਤੀ। ਇਹ ਪੰਥ ਦੇ ਸਭ ਤੋਂ ਵੱਡੇ ਦੁਖੀ ਤਾਂ ਇਹ ਲੋਕ ਨੇ ਜਿਨ੍ਹਾਂ ਨੇ ਉਹਨੂੰ ਸੁਣਿਆ ਨਹੀਂ। ਜਦ ਕਿ ਉਹ ਇੱਕ ਐਡੀ ਵੱਡੀ ਆਪਣੀ ਪੰਥ ਦੀ ਗੱਲ ਲੈ ਕੇ ਆਇਆ ਸੀ, ਗੁਰੂ ਗ੍ਰੰਥ ਸਾਹਿਬ ਦੀ ਲੈ ਕੇ ਆਇਆ ਸੀ, ਇਹਨਾਂ ਦਾ ਉਸ ਟਾਈਮ ਸ਼ਾਂਤ ਬਹਿਣਾ ਚਾਹੀਦਾ ਸੀ। ਜਦ ਕਿ ਉਹ ਆਪਣੀ ਸਰਕਾਰ ਦੇ ਖਿਲਾਫ ਹੀ ਬੋਲ ਰਿਹਾ ਸੀਗਾ। ਇਹਨਾਂ ਨੇ ਤੇ ਪੂਰਾ ਕੰਜਰਖਾਨਾ ਕੀਤਾ। ਇਹ ਮੈਂ ਕਹਿੰਦਾ ਵੀ ਇਹਨਾਂ ਵਾਸਤੇ ਉਹ ਸ਼ਬਦ ਹੈ ਵੀ ਜਿਹੜਾ ਕਿ ਕੋਠੇ ਦੇ ਨੱਚਣ ਵਾਲੀ ਹੁੰਦੀ ਨਾ, ਵੀ ਉਹ ਲੋਕ ਨੇ, ਇਹ ਉਹ ਕੰਮ ਕਰਦੇ ਨੇ ਜਿਹਨੂੰ ਇਹ ਧਰਮ ਦਾ ਮੰਦਿਰ ਦੱਸਦੇ ਨੇ, ਕਦੇ ਕੁਛ ਦੱਸਦੇ ਨੇ। ਦੱਸੋ ਮੈਨੂੰ, ਦੱਸੋ ਵੀ ਸੱਚੇ ਪੱਕੇ ਲੋਕ ਇਹੋ ਜਿਹੇ ਮੰਦਿਰਾਂ ਜਾਂਦੇ ਨੇ? ਇਹਨਾਂ ਮੰਦਿਰਾਂ ਦਾ ਲੋਕ ਠੱਗ ਜਾਂਦੇ ਨੇ, ਤਾਂ ਠੱਗਾਂ ਦੇ ਮੰਦਿਰ ਨੇ, ਇਹ ਚੋਰਾਂ ਦੇ ਮੰਦਿਰ ਨੇ। ਇਹ ਕਹਿੰਦੇ ਸੀ ਕਿ ਸੱਚ ਦਾ ਮੰਦਿਰ ਹੈ ਜੀ, ਇਹ ਫਲਾਣਾ ਸੱਚ ਸੁੱਚ ਦਾ ਕੋਈ ਮੰਦਿਰ ਨਹੀਂ, ਉਹ ਚੋਰਾਂ ਦਾ ਮੰਦਿਰ ਹੈ ਤੇ ਗਧਿਆਂ ਦਾ ਮੰਦਿਰ ਹੈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਬਲਦੀਪ ਜੀ, ਕੀ ਕਹਿਣਾ ਚਾਹੋਗੇ? ਬਿਲਕੁਲ, ਚਲੋ ਉਹਨਾਂ ਆਪਣੀ ਗੱਲ ਰੱਖੀ ਉਹਨਾਂ ਨੇ ਔਰ ਇਹ ਕਹਿ ਰਹੇ ਕਿ ਬੀਜੇਪੀ ਦਾ ਜ਼ਿਕਰ ਬਾਰ-ਬਾਰ 2 ਕਾਲਰ ਬੀਜੇਪੀ ਦਾ ਜ਼ਿਕਰ ਕਰ ਚੁੱਕੇ ਨੇ ਕਿ ਉਸ ਵੇਲੇ ਇਹ ਵੀ ਗੱਲ ਚਲੋ ਤੱਥ ਹੈਗਾ ਕਿ ਬੀਜੇਪੀ ਜਿਹੜੀ ਹੈ ਭਾਈਵਾਲ ਸੀ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੀਗੀ ਔਰ ਡੈਫੀਨੇਟਲੀ ਫਿਰ ਤਾਰਾਂ ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਉਹ ਜ਼ਰੂਰ ਜੁੜਦੀਆਂ ਹੈਗੀਆਂ ਨੇ। ਤੇ ਬੇਅਦਬੀ ਮਾਮਲੇ ਦੇ ਵਿੱਚ ਜਿਹੜੀ ਆਪਾਂ ਹੁਣ ਗੱਲ ਕਰੀਏ, ਆਪਾਂ ਗੱਲ ਕਰ ਰਹੇ ਸੀ ਕਿ ਇੱਕ ਜਿਹੜਾ ਮਾਮਲਾ ਹੈ ਬੇਅਦਬੀ ਮਾਮਲਾ, ਬਰਗਾੜੀ ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀ ਉਸ ਦੇ ਵਿੱਚ ਬੇਸਿਕਲੀ ਡੇਰਾ ਸੱਚਾ ਸੌਦਾ, ਜਿਹੜਾ ਡੇਰਾ ਰਾਮ ਰਹੀਮ ਹੈ ਜਿਹੜਾ, ਉਸ ਨੂੰ ਬੇਸਿਕਲੀ ਕਨਸਪੀਰੇਟਰ ਬਣਾ ਦਿੱਤਾ ਗਿਆ ਉਸ SIT ਦੇ ਵਿੱਚ ਕਿ ਇਸ ਬੰਦੇ ਨੇ ਸਾਰੀ ਸਾਜ਼ਿਸ਼ ਰਚੀ ਸੀਗੀ, ਬਦਲਾਖੋਰੀ ਜਿਹੜੀ ਹੈ ਬਦਲਾ ਲੈਣ ਦੀ ਨੀਅਤ ਦੇ ਨਾਲ। ਤਾਂ ਉਸ ਦੇ ਵਿੱਚ ਡੇਰਾ ਮੁਖੀ ਤੇ ਉਸ ਦੇ ਜਿਹੜੇ ਹੋਰ ਪੈਰੋਕਾਰ ਨੇ
ਉਹਨਾਂ ਦਾ ਨਾਮ ਜਿਹੜਾ ਉਸ SIT ਦੇ ਉਸ ਦੇ ਵਿੱਚ ਸ਼ਾਮਲ ਕੀਤਾ ਹੈਗਾ। ਤੇ ਡੇਰਾ ਮੁਖੀ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਕੱਲ ਵੀ ਇਸ ਚੀਜ਼ ਦੀ ਚਰਚਾ ਕਰ ਰਹੇ ਸੀ ਕਿ 8 ਮਹੀਨੇ 'ਚ ਤੀਜੀ ਪੇਰੋਲ ਜਿਹੜੀ ਹੈ ਮਿਲ ਚੁੱਕੀ ਹੈ। ਸਰਕਾਰ ਕਿਸ ਤਰੀਕੇ ਨਾਲ ਮਿਹਰਬਾਨ ਆਪਾਂ ਕਹਿ ਸਕਦੇ ਹਾਂ ਕਿ ਡੇਰਾ ਮੁਖੀ ਦੇ ਉੱਪਰ ਲੱਗ ਰਹੀ ਹੈਗੀ ਹੈ। ਦੂਜੀਆਂ ਜਿਹੜੀਆਂ 2 SITਆਂ ਨੇ ਉਹ ਹੁਣ ਦੇਖਣਾ ਵੀ ਉਹ ਕਦੋਂ ਤੱਕ ਇਸ ਮੁਤਲਕ ਕੋਈ ਕਾਰਵਾਈ ਜਾਂ ਚਲਾਨ ਪੇਸ਼ ਕਰਦੀਆਂ ਨੇ, ਕੀ ਉਸ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ। ਜਿਵੇਂ ਕੁੰਵਰ ਵਿਜੇ ਪ੍ਰਤਾਪ ਸਵਾਲ ਚੱਕ ਰਹੇ ਨੇ, ਮੈਨੂੰ ਠੀਕ ਹੈ, ਚਲੋ ਕੁਝ ਲੋਕਾਂ ਨੂੰ ਇਹ ਲੱਗਦਾ ਹੋਏਗਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਜਿਹੜੇ ਉਹ ਇਸ ਮਸਲੇ ਦੇ ਉੱਪਰ ਬੜੀ ਬੇਬਾਕੀ ਨਾਲ ਆਵਾਜ਼ ਚੱਕਦੇ ਨੇ, ਅਸਤੀਫਾ ਦੇਤਾ ਜਾਂ ਹੋਰ ਚੀਜ਼ਾਂ ਹੈਗੀਆਂ ਨੇ। ਦੇਖੋ ਅਸਤੀਫਾ ਦੇਤਾ ਠੀਕ ਹੈ, ਬਟ ਆਪਾਂ ਨੂੰ ਇਹ ਇਸ ਤਰੀਕੇ ਨਾਲ ਵੀ ਨਹੀਂ ਸੋਚਣਾ ਚਾਹੀਦਾ। ਅਸਤੀਫਾ ਕਈ ਵਾਰ ਬੰਦਾ ਕਿਸੇ ਹੋਰ ਕਾਰਨਾਂ ਕਰਕੇ ਵੀ ਦੇ ਸਕਦਾ ਹੈ, ਉਸ ਨੂੰ ਵੀ ਅੰਡਰਲਾਈਨ ਕਰ ਲੈਣ ਦੀ ਲੋੜ ਹੈ। ਕੋਈ ਜ਼ਰੂਰੀ ਨਹੀਂ ਕਿ ਅਸਤੀਫਾ ਸਿਰਫ ਇਸੇ ਗੱਲ ਕਰਕੇ ਦੇਤਾ ਕਿ ਉਹਨਾਂ ਦੀ ਜਿਹੜੀ ਜਾਂਚ ਸੀਗੀ ਉਹ ਜਿਹੜੀ ਰੱਦ ਕਰ ਦਿੱਤੀ ਗਈ, ਹੋਰ ਕਾਰਨ ਵੀ ਹੋ ਸਕਦੇ ਨੇ ਇਸ ਚੀਜ਼ ਦੇ। ਤਾਂ ਦੂਜੇ ਪਾਸੇ ਉਹ ਮੈਨੂੰ ਉਹਨਾਂ ਦੀ ਸਪੀਚ ਤੋਂ ਨਾ ਆਪਸ 'ਚ ਕੰਟਰਾਡਿਕਸ਼ਨ ਜੀ ਲੱਗਦੀ ਹੈ। ਇੱਕ ਪਾਸੇ ਉਹ ਕਹਿੰਦੇ ਨੇ ਕਿ ਨਾਲ ਹੀ ਉਹਨਾਂ ਨੇ ਉਹ ਸਪੀਚ ਦੇ ਵਿੱਚ ਇਹ ਵੀ ਕਹਿਤਾ ਕਿ ਤੁਸੀਂ ਕਾਂਗਰਸ ਵੀ ਦੇਖ ਲਈ, ਤੁਸੀਂ ਅਕਾਲੀ ਦਲ ਵੀ ਦੇਖ ਲਈ, ਤੁਸੀਂ BJP ਵੀ ਦੇਖ ਲਈ, ਤੁਸੀਂ ਸਾਡੀ ਪਾਰਟੀ ਨੂੰ ਸਪੋਰਟ ਕਰੋ। ਇਹ ਵੀ ਗੱਲ ਕਹਿਤੀ ਆ ਉਸ ਸ਼ਹੀਦੀ ਮੋਰਚੇ ਦੇ ਵਿੱਚ। ਉਹ ਨਾਲ ਹੀ ਇਹ ਵੀ ਗੱਲ ਕਹਿਤੀ ਆ ਵੀ ਇਨਸਾਫ ਦੀ ਉਮੀਦ ਜਿਹੜੀ ਆ ਉਹ ਨਹੀਂ ਰੱਖਣੀ ਚਾਹੀਦੀ। ਇੱਕ ਪਾਸੇ ਆਪਣੀ ਸਰਕਾਰ ਕਹਿੰਦੇ ਵੀ ਸਾਡੀ ਸਰਕਾਰ ਆ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਹੈ, ਇੱਕ ਪਾਸੇ ਕਹਿ ਰਹੇ ਕਿ ਜਿਹੜੀ ਆ ਉਹ ਇਨਸਾਫ ਤੁਹਾਨੂੰ ਕੋਈ ਨਹੀਂ ਦੇ ਸਕਦਾ। ਹੁਣ ਇਹ ਵੀ ਚੀਜ਼ ਜ਼ਿਕਰ ਕਰਤਾ। ਮੈਨੂੰ ਯਾਨੀ ਇਹ ਲੱਗਦਾ ਕਿ ਉਹਨਾਂ ਦੀ ਸਟੇਟਮੈਂਟ ਆਪਸ ਦੇ ਵਿੱਚ ਕੰਟਰਾਡਿਕਟ ਕਰਦੀ ਆ। ਔਰ ਦਰਸ਼ਕ ਸਾਡੇ ਸਿਆਣੇ ਨੇ, ਮੈਂ ਇਹੀ ਚਾਹੁੰਦਾ ਕਿ ਉਹ ਬਿਹਤਰ ਤਰੀਕੇ ਨਾਲ ਇਸ ਚੀਜ਼ ਨੂੰ ਸਮਝਣ, ਸਾਰੀ ਚੀਜ਼ ਨੂੰ ਇੱਕ ਪਾਸਾ ਨਾ ਦੇਖਣ ਕਿ ਅਗਰ ਕੋਈ ਬੰਦਾ ਆਪਣੇ ਪੱਖ ਦੇ ਵਿੱਚ ਬੋਲ ਰਿਹਾ ਤਾਂ ਇਹ ਉਹਨੂੰ ਨਿਰਾਪੁਰਾ ਆਪਾਂ ਇਦਾਂ ਹੀ ਲੈ ਲਈਏ ਵੀ ਹਾਂ ਵੀ ਇਹ ਤਾਂ ਵੀ ਆਪਣੇ ਪੱਖ ਦੀ ਉਹ ਗੱਲ ਕਰ ਰਿਹਾ। ਉਸ ਨੂੰ ਘੋਖਣ ਦੀ ਲੋੜ ਹੈ, ਖੰਗਾਲਣ ਦੀ ਲੋੜ ਹੈ, ਆਰਾਮ ਨਾਲ ਤਸੱਲੀ ਨਾਲ ਜਿਹੜਾ ਉਹ ਚੀਜ਼ ਦੇਖਣੀ ਚਾਹੀਦੀ ਹੈ। ਜੀ ਬਿਲਕੁਲ। ਤੇ ਕਾਲਰ ਵੀ ਸਾਡੇ ਨਾਲ ਬਣ ਗਏ ਨੇ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਵਾਗਤ ਹੈ ਜੀ ਤੁਹਾਡਾ, ਆਨਰ ਹੋ ਤੁਸੀਂ। ਹੈਲੋ ਨਵਨੀਤ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ। ਕੰਗ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂ ਦੇਖੋ, ਇਹ ਚਿੱਟੇ ਦਿਨ ਵਾਂਗੂ ਸਾਫ਼ ਹੈ, ਸਭ ਨੂੰ ਪਤਾ ਹੈ ਜੀ, ਸਾਰੀ ਦੁਨੀਆ ਨੂੰ ਪਤਾ ਵੀ ਕਿਹਨੇ ਕਰਾਈ ਹੈ ਜੀ। ਬੇਅਦਬੀ ਕੌਣ ਕਰਾਉਣ ਵਾਲਾ ਹੈ। ਹਾਂਜੀ, ਕੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਰਾ ਸਾਫ਼ ਕਰਤਾ ਹੈ। ਸਾਰਾ ਕੁਝ ਬੋਲਿਆ ਉਹਨੇ ਕਿਹਾ ਵੀ ਜਿਹੜੀ ਇਹ ਰੱਦ, ਮੇਰੀ ਜਿਹੜੀ ਰਿਪੋਰਟ ਆ ਉਹ ਰੱਦ ਕੀਤੀ ਨਹੀਂ, ਕਰਾਈ ਗਈ ਹੈ। ਉਹਨੇ ਕਿਹਾ ਵੀ ਇਹ ਰੱਦ ਕੀਤੀ ਨਹੀਂ, ਕਰਾਈ ਗਈ ਹੈ ਜੀ। ਸਾਰਾ ਕੁਝ ਉਹਨੇ ਕਿਹਾ। ਤੇ ਉਹ ਕਹਿੰਦਾ ਮੈਂ ਜਿਹੜੀ ਮੇਰੀ ਅਪੀਲ ਆ ਹੁਣ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਕਰਤੀ। ਉਹਨੇ ਸਾਰਾ ਕੁਝ ਦੱਸਿਆ ਜੀ। ਤੇ ਹੁਣ ਤੁਸੀਂ ਇਹ ਜਿਹੜਾ ਹੈ ਨਾ ਬਿੰਦੇ ਬਿੰਦੇ ਇਹ ਗੱਲ ਨਾ ਛੇੜੋ। ਸਿੱਖਾਂ ਦੇ ਹਿਰਦੇ ਬਰੁੰਦੇ ਪਏ ਨੇ, ਮਨ ਦੁਖੀ ਹੁੰਦਾ ਹੈ। ਉਹਨੂੰ ਪੰਜਵੀਂ ਵਾਰੀ ਉਹ ਪਰੋਲ ਤੇ ਆ ਗਿਆ। ਲੋਕਾਂ ਨੂੰ ਅਸ਼ੀਰਵਾਦ ਦਿੰਦਾ, ਮਨ ਦੁਖੀ ਹੁੰਦਾ ਲੋਕਾਂ ਦਾ। ਇਸ ਕਰਕੇ ਹੁਣ ਸਿੱਖਾਂ ਤੇ ਬਹੁਤ ਭਾਰੀ ਹੋਇਆ ਕੰਮ। ਸੈਂਟਰ ਸਰਕਾਰ ਖਿਲਾਫ ਹੈ ਸਾਰੀ ਦੁਨੀਆ। ਇਹ ਜਿਹੜਾ ਸਰਕਾਰ ਹੈ ਇਹ ਕੁਝ ਨਹੀਂ ਕਰ ਸਕਦੀ। ਇਹ ਉਹਨਾਂ ਦੀ ਕਠਪੁਤਲੀ ਬਣੀ ਹੋਈ ਹੈ। ਕੇਜਰੀਵਾਲ ਆ ਉਹ ਕੁਛ ਨਹੀਂ ਕਰ ਸਕਦਾ। ਉਹ ਸਿੱਖਾਂ ਦੇ ਉਲਟ ਹੈ, ਐਂਟੀ ਸਿੱਖ ਹੈ। ਇਸ ਕਰਕੇ ਕੁਛ ਨਹੀਂ ਇਹ ਕਰ ਸਕਦੇ, ਕੱਖ ਨਹੀਂ ਇਹਨਾਂ ਨੇ ਕਰਨਾ। ਇਹ ਤਾਂ ਹੁਣ ਪਰਮਾਤਮਾ ਤੇ ਛੱਡੋ, ਅਕਾਲ ਪੁਰਖ ਨੂੰ ਉਹਨੇ ਅਪੀਲ ਪਾ ਦੀ ਕੰਵਰ ਵਿਜੇ ਪ੍ਰਤਾਪ ਸਿੰਘ ਨੇ। ਅਕਾਲ ਪੁਰਖ ਆਪੇ ਕਰੂਗਾ, ਸੱਚੇ ਪਾਤਸ਼ਾਹ। ਇਹ ਸੱਚੇ ਪਾਤਸ਼ਾਹ ਤੇ ਛੱਡੋ, ਹੁਣ ਸਿੱਖ ਕੌਮ ਦੀ ਰੱਖਾ ਉਹੀ ਹੈ। ਬਸ ਇਹ ਬਹੁਤ ਮਨ ਦੁਖੀ ਹੁੰਦਾ, ਬਸ ਪਰਮਾਤਮਾ ਬਚਾਵੇ। ਇਸ ਕੌਮ ਤੇ ਬਹੁਤ ਭਾਰ ਹੈ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਆਪਣਾ ਪੱਖ ਰੱਖਿਆ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਹਾਂਜੀ, ਟੈਲੀਵਿਜ਼ਨ ਦੀ ਆਵਾਜ਼ ਨੂੰ ਘਟਾ ਦਿਓ ਤੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਦੁਬਾਰਾ ਆਉਣਾ ਪਿਆ ਜੀ। ਸੋਢੀ ਸਾਹਿਬ, ਦੋ ਗੱਲਾਂ ਮੈਂ ਕਰਨੀਆਂ ਚਾਹੁੰਦਾ ਜੀ।
ਇੱਕ ਤੇ ਮੈਂ ਅਕਾਲੀ ਦਲ ਨੂੰ ਜਾਂ ਪੁਲਿਸ ਨੂੰ ਜਾਂ ਕੈਪਟਨ ਨੂੰ ਬਿਲਕੁਲ ਬਰੀ ਨਹੀਂ ਕੀਤਾ, ਉਹ ਕੰਗ ਸਾਹਿਬ ਨੂੰ ਥੋੜਾ ਮੁਗਾਲਤਾ ਲੱਗਿਆ। ਮੈਂ ਤੇ ਇਹ ਗੱਲ ਕਹੀ ਵੀ ਜਦੋਂ ਇਹਨਾਂ ਨੇ ਅਣਪਛਾਤੀ ਪੁਲਿਸ ਕਹਿਤਾ ਵੀ ਅਣਪਛਾਤੀ ਪੁਲਿਸ ਗੋਲੀਆਂ ਚਲਾ ਗਈ ਤੇ ਉਸ ਵੇਲੇ ਰਾਜਨਾਥ ਸਿੰਘ ਨੂੰ ਅੱਗੇ ਆ ਜਾਣਾ ਚਾਹੀਦਾ ਸੀ ਬਤੌਰ ਹੋਮ ਮਿਨਿਸਟਰ ਵੀ ਕਿਹੜੀ ਸਟੇਟ ਦੇ ਵਿੱਚ ਅਣਪਛਾਤੀ ਪੁਲਿਸ ਵੀ ਆ ਗਈ ਆ। ਜੀ ਮੈਂ ਸਾਰੀ ਜ਼ਿੰਮੇਵਾਰੀ ਉੱਤੇ ਨਹੀਂ ਦੇ ਰਿਹਾ, ਜ਼ਿੰਮੇਵਾਰੀ ਇਹਨਾਂ ਦੀ ਸੀ। ਲੇਕਿਨ ਹੁਣ ਵੇਖੋ ਨਾ, ਜਿਵੇਂ ਤੁਸੀਂ ਮਤਲਬ ਹੁਣ ਰੇਡੀਓ ਤੇ ਬੈਠੇ ਹੋ, ਤੁਹਾਡੇ ਉੱਤੇ ਕੋਈ ਸੁਪਰਵਾਈਜ਼ਰ, ਕੋਈ ਸੁਪਰਡੈਂਟ, ਕੋਈ ਕੁਝ ਵੀ ਹੋਏਗਾ, ਜੇ ਤੁਸੀਂ ਇਸ ਦੇ ਪ੍ਰੋਗਰਾਮ ਦੌਰਾਨ ਮੈਨੂੰ 2 ਗਾਲਾਂ ਕੱਢ ਜਾਓ ਤੇ ਦੂਜੇ ਕਾਲਰਾਂ ਨੇ ਸਿਰਫ ਤੁਹਾਨੂੰ ਨਹੀਂ ਕਹਿਣਾ, ਤੁਹਾਡੇ ਉਤਲੇ ਨੂੰ ਵੀ ਕਹਿਣਾ ਵੀ ਭਾਈ ਸਾਹਿਬ ਤੁਸੀਂ ਕੀ ਕਰਦੇ। ਨਹੀਂ ਸੋਢੀ ਸਾਹਿਬ, ਇਸ ਦੀ ਤੁਸੀਂ ਚਿੰਤਾ ਨਾ ਕਰੋ, ਤੁਹਾਨੂੰ ਗਾਲਾਂ ਨਹੀਂ ਕੱਢਦੇ, ਤੁਸੀਂ ਆਪਣੀ ਗੱਲ ਰੱਖੋ। ਮੇਰਾ ਮਤਲਬ ਇਹ ਨਹੀਂ, ਮੈਂ ਤਾਂ ਤੁਹਾਨੂੰ ਇੱਕ ਸਟੈਪ ਦੱਸ ਰਿਹਾ ਵੀ ਇਸ ਤਰ੍ਹਾਂ ਸਟੈਪ ਉਹਦਾ, ਉਹ ਕਿਉਂਕਿ ਉਹ ਅਪਰ ਹੈਂਡ ਸੀਗਾ ਤੇ ਉਹਦਾ ਸਟੈਪ ਬਣਦਾ ਸੀ। ਨੰਬਰ 1। ਦੂਜੀ ਗੱਲ ਜਿਹੜੀ ਮੈਂ ਕਰਨ ਲੱਗਾ, ਜਿਹੜੀ ਸੁੰਦਰ ਸ਼ਾਮ ਅਰੋੜੇ ਵਾਲੀ ਆ, ਬੇਸ਼ੱਕ ਉਹ ਕਾਂਗਰਸ ਛੱਡ ਕੇ ਭਾਜਪਾ ਚਲਾ ਗਿਆ, ਮੈਂ ਕਾਂਗਰਸੀ ਬਿਰਤੀ ਦਾ ਬੰਦਾ, ਮੈਂ ਕਦੀ ਗੱਲ ਕੋ ਕੇ ਨਹੀਂ ਰੱਖੀ। ਬੇਸ਼ੱਕ ਉਹ ਕਾਂਗਰਸ ਨੂੰ ਛੱਡ ਕੇ ਚਲਾ ਗਿਆ, ਭਾਜਪਾ ਚਲਾ ਗਿਆ, ਲੇਕਿਨ ਇਹ ਹੋਇਆ ਡਰਾਮਾ ਵਾ। ਜਿੱਦਾਂ ਇਹਨਾਂ ਨੇ ਆਪਣੇ ਵਿਜੇ ਸਿੰਗਲੇ ਨੂੰ ਉਦੋਂ ਟੰਗਿਆ ਸੀ ਨਾ, ਤੇ ਬਾਅਦ ਕੀ ਕੀਤਾ, ਨਾ ਉਹਨੂੰ ਪਾਰਟੀ ਚੋਂ ਕੱਢਿਆ, ਨਾ ਉਹਨੂੰ ਮੰਤਰੀ, ਨਾ ਉਹਨੂੰ MLA ਤੋਂ ਹਟਾਇਆ, ਏਦਾਂ ਹੀ ਨਾਲ ਹੀ ਮੀਟਿੰਗਾਂ 'ਚ ਤੁਰਿਆ ਫਿਰਦਾ ਸੀ। ਇਸ ਤਰੀਕੇ ਇਹਨਾਂ ਨੇ ਇਹ ਸ਼ਾਮ ਸੁੰਦਰ ਨੂੰ ਦੇ ਉੱਤੇ ਕੇਸ ਪਾਇਆ ਵੀ ਜਿੱਦਾਂ ਬਾਹਰਲੀਆਂ ਸਟੇਟਾਂ ਦੇ ਵਿੱਚ ਲੋਕੀ ਰੌਲਾ ਪਾਉਂਦੇ ਆ ਨਾ ਵੀ ਭਾਜਪਾ ਤੇ ਆਮ ਆਦਮੀ ਇਕੱਠੇ ਹੀ ਆ, ਭਾਜਪਾ ਤੇ ਆਮ ਆਦਮੀ ਇਕੱਠੇ ਹੀ ਆ, ਇਹਨਾਂ ਨੂੰ ਇੱਕ ਬੱਕਰਾ ਚਾਹੀਦਾ ਸੀ ਉੱਥੇ ਟੰਗਣ ਵਾਸਤੇ, ਉਹ ਇਹਨਾਂ ਨੇ ਟੰਗਦਾ, ਹੋਣਾ ਨਾ ਉਹਦਾ ਵੀ ਕੱਖ ਨਹੀਂ। ਹੁਣ ਮੈਨੂੰ ਕੋਈ ਇਹ ਬੰਦਾ ਪੜ੍ਹਿਆ ਲਿਖਿਆ ਦੱਸੇ ਵੀ ਸ਼ਾਮ ਸੁੰਦਰ ਕਿੰਨਵੀਂ ਵਾਰ, ਤੀਜੀ ਵਾਰ MLA ਬਣਿਆ, 2 ਵਾਰਾਂ ਉਹ ਮੰਤਰੀ ਰਹਿ ਚੁੱਕਾ, ਕੀ ਉਹ ਏਡਾ ਹੀ ਵੀ ਉਹ ਸ਼ਰਾਬ ਭੱਠੀ ਲਾਈ ਸੀ ਬਿਆਸ ਦਰਿਆ ਦੇ ਦੁਆਲੇ ਵੀ ਉਹ ਪੁਲਿਸ ਆਈ ਤੇ ਉਹਨੇ 500 ਰੁਪਈਆ ਕੱਢ ਕੇ ਦੇਣ ਲੱਗ ਪਿਆ। ਜੇ ਉਹਨੇ 5 ਲੱਖ ਰਿਸ਼ਵਤ ਦੇਣੀ ਸੀ, ਕੋਈ ਉਹਦਾ PA ਜਾਂਦਾ, ਕੋਈ ਉਹਦਾ ਹੋਰ ਯਾਰ ਬੇਲੀ ਜਾਂਦਾ, ਜਾ ਕੇ ਵਿਜੀਲੈਂਸ ਵਾਲੇ ਨਾਲ ਗੱਲ ਕਰਦਾ ਕਿ ਆਪ ਪੈਸੇ ਲੈ ਕੇ ਤੁਰ ਪਿਆ ਸੀ ਵੀ ਉਹ ਆਈਸਕ੍ਰੀਮ ਵਿੱਚ ਸੈਲਰ ਸੀਗਾ ਨਾ, ਜਾਂ ਗੋਲ ਗੱਪੇ ਵੇਚਣ ਵਾਲਾ ਸੀ, ਵੀ ਉਹਨੂੰ ਇੰਨੀ ਅਕਲ ਨਹੀਂ ਸੀ ਵੀ ਏਦਾਂ ਪੈਸੇ ਨਹੀਂ ਦੇਈਦੇ। ਇਹ ਤਾਂ ਇੱਕ ਮਤਲਬ ਛੜਯੰਤਰ ਰਚਿਆ ਗਿਆ। ਔਰ ਜਿੱਦਣ ਹਿਮਾਚਲ ਦੀਆਂ ਤੇ ਗੁਜਰਾਤ ਦੀਆਂ ਮਤਲਬ ਇਲੈਕਸ਼ਨਾਂ ਹਟ ਗਈਆਂ, ਉਦੋਂ ਇਹਨਾਂ ਫੇਰ ਬਾਗੀਆਂ ਪਾਉਣੀਆਂ ਉਸੇ ਤਰ੍ਹਾਂ ਹੀ। ਇਹ ਸਭ ਕੋਈ ਡਰਾਮੇ ਹੋ ਰਹੇ ਆ। ਬਿਲਕੁਲ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਦੂਸਰੀ ਵਾਰ ਜੁੜੇ ਤੇ ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਵਦੀਪ ਜੀ ਸਤਿ ਸ਼੍ਰੀ ਅਕਾਲ। ਕੰਗ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਆਪਣੇ ਕੌਲਰ ਸਾਹਿਬ ਕਹਿ ਰਹੇ ਸੀ ਵੀ ਇਨਸਾਫ ਬੇਅਦਬੀ ਦਾ ਨਹੀਂ ਮਿਲਣਾ ਤੇ ਪ੍ਰਮਾਤਮਾ ਤੇ ਛੱਡ ਦੋ। ਜੇ ਹਰ ਤੱਕ ਗੱਲ ਹੀ ਆਪਾਂ ਪ੍ਰਮਾਤਮਾ ਤੇ ਛੱਡ ਦਈਏ ਜੀ, ਫੇਰ ਤਾਂ ਨਹੀਂ ਗੱਲ ਬਣਨੀ। 5ਵੇਂ ਪਾਤਸ਼ਾਹ ਤੋਂ ਚੱਲੇ ਨੇ ਸ਼ਹੀਦੀ ਦਾ, ਉਹਨਾਂ ਨੂੰ ਸ਼ਹੀਦੀ ਦੇਣ ਦੀ ਕੀ ਲੋੜ ਪੈਂਦੀ, ਉਹ ਵੀ ਪ੍ਰਮਾਤਮਾ ਤੇ ਛੱਡ ਦਿੰਦੇ। 6ਵੇਂ ਪਾਤਸ਼ਾਹ ਨੂੰ ਉੱਥੇ ਕੁਆਲੀਅਰ ਤੇ ਛੁਡਾ ਕੇ ਲਏ ਨੇ, ਉਹ ਵੀ ਪ੍ਰਮਾਤਮਾ ਤੇ ਛੱਡ ਦਿੰਦੇ। 9ਵੇਂ ਪਾਤਸ਼ਾਹ ਨੇ ਜਾ ਕੇ ਸ਼ਹੀਦੀ ਦਿੱਤੀ, ਉਹ ਵੀ ਇਹ ਸਮੇਂ-ਸਮੇਂ ਤੇ ਵਰਤਾਰਾ ਵਰਤਦਾਗਾ। ਉੱਥੇ ਬੱਚਿਆਂ ਨੂੰ ਸ਼ਹੀਦ ਕਰਵਾਉਣ ਦੀ ਕੀ ਲੋੜ ਸੀ, ਉਹ ਵੀ ਪ੍ਰਮਾਤਮਾ ਤੇ ਛੱਡਦੇ। ਸੁੱਖੀ ਜਿੰਦੇ ਨੂੰ ਉੱਥੇ ਕੀ ਮੱਥੇ ਰੰਗੜਾ ਜਾ ਕੇ ਉੱਥੇ ਬਦਲਾ ਲਿਆ, ਉਹ ਵੀ ਪ੍ਰਮਾਤਮਾ ਤੇ ਛੱਡ ਦਿੰਦੇ। ਸਮੇਂ-ਸਮੇਂ ਤੇ ਕਰਨਾ ਪੈਂਦਾ ਹੁੰਦਾ, ਹਰ ਇੱਕ ਗੱਲ ਨਹੀਂ ਨਾ ਆਪਾਂ ਪ੍ਰਮਾਤਮਾ ਤੇ ਛੱਡ ਸਕਦੇ। ਇਹ ਸਮੇਂ ਦੇ ਅਨੁਸਾਰ ਚੱਲਣਾ ਪੈਂਦਾਗਾ। ਜੇ ਆਪਾਂ ਕਹਦੀਏ ਬਰਗਾੜੀਗਾਨ ਪ੍ਰਮਾਤਮਾ ਤੇ ਛੱਡਦੀ, ਨਾ ਪ੍ਰਮਾਤਮਾ ਵੀ ਇਨਸਾਨਾਂ ਦੇ ਵਿੱਚ ਵਸਦਾ ਨਾ, ਇਸ ਕਰਕੇ ਪ੍ਰਮਾਤਮਾ ਤੇ ਨਹੀਂ ਕਰ ਸਕਦਾ। ਬਿਲਕੁਲ। ਲਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਦੂਸਰੀ ਵਾਰ ਫਿਰ ਤੋਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਕਾਲ ਹੈ ਜਿਹੜੀ ਡ੍ਰੌਪ ਹੋ ਗਈ ਹੈ। ਸੋ ਕਈ ਕਾਲਰ ਨੇ ਜਿਹੜੇ ਸਾਡੇ ਨਾਲ ਜੁੜੇ, ਤਾਂ ਬਹੁਤ ਹੀ ਸੰਜੀਦਗੀ ਭਰਿਆ ਮਾਮਲਾ ਹੈ। ਤਾਂ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਜਿਸ ਪਹਿਲੇ ਤੋਂ ਇਸ ਦੀ ਸ਼ੁਰੂਆਤ ਹੋਈ ਕਿ ਜਦੋਂ ਡੇਰਾ ਮੁਖੀ ਦੀ ਫਿਲਮ ਆਉਣੀ ਸੀ, ਜਦੋਂ ਉਸ ਫਿਲਮ ਨੇ ਅਲੱਗ-ਅਲੱਗ ਥੀਏਟਰਸ ਦੇ ਵਿੱਚ ਲੱਗਣਾ ਸੀ, ਤਾਂ ਜਦੋਂ ਲੋਕਾਂ ਨੇ ਉਸ ਚੀਜ਼ ਦਾ ਵਿਰੋਧ ਕੀਤਾ, ਉੱਥੇ ਡੇਰਾ ਪ੍ਰੇਮੀਆਂ ਦਾ ਤੇ ਸਿੱਖਾਂ ਦਾ ਆਪਸ ਦੇ ਵਿੱਚ ਟਕਰਾਅ ਹੋਇਆ। ਉਸ ਤੋਂ ਬਾਅਦ ਇਹ ਮਸਲਾ ਵਿਗੜਦਾ ਇੰਨਾ ਜ਼ਿਆਦਾ ਵਿਗੜ ਗਿਆ ਕਿ ਹਾਲਾਤ ਸਮਾਜ ਦੇ ਵਿੱਚ ਰਹਿੰਦੇ ਬਦ ਤੋਂ ਬੱਤਰ ਬਣ ਗਏ ਕਿ ਹਲੇ ਸਵੇਰੇ ਉੱਠਦੇ ਨਹੀਂ ਸੀ ਤੇ ਅੱਖ ਖੁੱਲਦੀ ਨਹੀਂ ਸੀ, ਨਾਲ ਦੀ ਨਾਲ ਹੀ ਖਬਰਾਂ ਪਹੁੰਚ ਜਾਂਦੀਆਂ ਸੀ ਕਿ ਫਲਾਣੇ ਥਾਂ ਤੇ ਤਾਂ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਤੀ, ਇਸ ਔਰਤ ਨੂੰ ਕਾਬੂ ਕਰ ਲਿਆ ਗਿਆ, ਉਸ ਜਿਹੜੇ ਨੇ ਬੰਦੇ ਨੂੰ ਫੜ ਲਿਆ ਗਿਆ, ਇੱਕ ਬੱਚੇ ਨੂੰ ਫੜ ਲਿਆ ਗਿਆ, ਕਦੇ ਕਿਸੇ ਦਾ ਦੋਸ਼ ਲੱਗਦਾ ਸੀ, ਕਦੇ ਕਿਸੇ ਦਾ। ਕਿ ਹਾਲਾਤ ਐਸੇ ਬਣ ਗਏ ਸੀ ਕਿ ਸਮਝ ਹੀ ਨਹੀਂ ਆ ਰਿਹਾ ਸੀ ਕਿ ਆਖਿਰਕਾਰ ਇਹ ਹੋ ਕੀ ਰਿਹਾ ਹੈ। ਪਰ ਗੱਲ ਘੁੰਮ ਫਿਰ ਕੇ ਉੱਥੇ ਹੀ ਆ ਜਾਂਦੀ ਹੈ ਕਿ 7 ਸਾਲ ਹੋ ਗਏ ਨੇ ਕਿ ਹਲੇ ਤੱਕ ਕੁਝ ਵੀ ਨਹੀਂ ਪਤਾ ਲੱਗਿਆ। ਛੋਟੀਆਂ-ਛੋਟੀਆਂ ਮੱਛੀਆਂ ਨੂੰ ਫੜ ਲਿਆ ਗਿਆ, ਮਗਰਮੱਛ ਹਲੇ ਵੀ ਗ੍ਰਿਫਤ ਤੋਂ ਬਾਹਰ ਨੇ। ਪਰ ਜਿਸ ਇਨਸਾਨ ਤੋਂ
ਇਹ ਗੱਲ ਸ਼ੁਰੂ ਹੋਈ ਸੀ ਤਾਂ ਉਸ ਦੀ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਕਿ 8 ਮਹੀਨਿਆਂ ਦੇ ਵਿੱਚ ਉਹਨੂੰ ਤੀਜੀ ਵਾਰ ਪੈਰੋਲ ਦੇ ਦਿੱਤੀ ਗਈ ਹੈ ਕਿ ਉਹ ਸਮਾਜ ਦੇ ਲਈ ਬਹੁਤ ਚੰਗਾ ਬੰਦਾ ਹੈ, ਕਿ ਉਹ ਸਮਾਜ ਦੇ ਵਿੱਚ ਦੁਬਾਰਾ ਅਜਿਹੀਆਂ ਹਰਕਤਾਂ ਤੇ ਲਈ ਜ਼ਿੰਮੇਵਾਰ ਨਹੀਂ ਹੋਵੇਗਾ। ਤਾਂ ਗੱਲਾਂ ਕਰਨੀਆਂ ਬਣਦੀਆਂ ਨੇ, ਸੋਚਣਾ ਬਣਦਾ ਹੈ। ਤਾਂ ਗੱਲ ਤੁਹਾਡੀ ਵੀ ਸਹੀ ਹੈ ਕਿ ਸਭ ਕੁਝ ਹੀ ਅਸੀਂ ਰੱਬ ਤੇ ਨਹੀਂ ਛੱਡ ਸਕਦੇ। ਬਹੁਤ ਸਾਰੀਆਂ ਚੀਜ਼ਾਂ ਨੇ ਜੋ ਪ੍ਰਸ਼ਾਸਨ ਕਰੇਗਾ, ਬਹੁਤ ਸਾਰੀਆਂ ਚੀਜ਼ਾਂ ਨੇ ਜੋ ਜਿਨ੍ਹਾਂ ਨੂੰ ਲੋਕਾਂ ਨੂੰ ਅਸੀਂ ਵੋਟਾਂ ਪਾ ਕੇ ਜਿਤਾਉਂਦੇ ਹਾਂ, ਜੋ ਜਿਨ੍ਹਾਂ ਲੋਕਾਂ ਨੂੰ ਅਸੀਂ ਕਹਿੰਦੇ ਆ ਕਿ ਜਦੋਂ ਸਾਡੇ ਤੇ ਭੀੜ ਪੈਗੀ ਤਾਂ ਇਹ ਲੋਕ ਸਾਡੇ ਤੇ ਅੱਗੇ ਖੜਨਗੇ, ਸਾਡੇ ਕੰਮ ਆਉਣਗੇ। ਪਰ ਕਹਿੰਦੇ ਨੇ ਕਿ ਸਾਡੇ ਜਿਹੜੇ ਅੱਜ ਕੱਲ੍ਹ ਦੇ ਆਗੂ ਨੇ ਉਹ ਤਾਂ ਐਸੇ ਹੋ ਗਏ ਨੇ ਕਿ ਉਹ ਪੂਰੇ ਜਨਤਾ ਨੂੰ ਕਰ ਦਿੰਦੇ ਨੇ ਵੀ ਕੋਈ ਗੱਲ ਨਹੀਂ, ਆਪਾਂ ਪਿੱਛੇ ਬੈਠ ਕੇ ਨੇ ਜਿਹੜੇ ਉਹ ਨਜ਼ਾਰਾ ਵੇਖਾਂਗੇ ਕਿ ਆਖਿਰਕਾਰ ਕਿੱਥੇ ਭੜਥੂ ਪੈਂਦਾ, ਕਿਹੜੇ ਲੋਕ ਮਰਦੇ ਨੇ, ਕਿਹੜੀਆਂ ਮਾਵਾਂ ਦੇ ਬੱਚੇ ਨੇ ਜਿਹੜੇ ਉਹ ਇਸ ਖੂਨੀ ਕੈਰੋਗਰਾਫ ਦੀ ਜਿਹੜੀ ਨੇ ਭੇਟ ਚੜ੍ਹਦੇ ਨੇ। ਸੋ ਬਹੁਤ ਕੁਝ ਅਜਿਹਾ ਸਮਾਜ 'ਚ ਚੱਲ ਰਿਹਾ ਤੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਖਦਸ਼ਾ ਲਾਇਆ ਜਾ ਸਕਦਾ ਕਿ ਆਉਣ ਵਾਲੇ ਜਿਹੜੇ ਹਾਲਾਤ ਨੇ ਉਹ ਵੀ ਬਹੁਤ ਜ਼ਿਆਦਾ ਖਰਾਬ ਹੋਣ ਵਾਲੇ ਨੇ। ਇਸ ਲਈ ਲੋਕਾਂ ਨੂੰ ਸੰਭਲਣ ਦੀ ਤੇ ਸਮਝਣ ਦੀ ਬੇਹੱਦ ਜ਼ਰੂਰਤ ਹੈ। ਬਲਦੀਪ ਜੀ। ਬਿਲਕੁਲ ਨਵਦੀਪ, ਇਹ ਮਾਮਲਾ ਸੈਂਸਿਟਿਵ ਹੈ ਔਰ ਐਜ਼ ਏ ਜਰਨਲਿਸਟ ਚਲੋ ਆਪਾਂ ਗੱਲ ਕਰਦੇ ਹਾਂ, ਸਾਰੀ ਦਿਹਾੜੀ ਖਬਰਾਂ 'ਚ ਹੀ ਰਹਿੰਦੇ ਆ, ਖਬਰਾਂ ਨੂੰ ਪੜ੍ਹਦੇ ਆ, ਸੁਣਦੇ ਆ, ਦੇਖਦੇ ਆ ਦੁਨੀਆ 'ਚ ਕੀ ਹੋ ਰਿਹਾ। ਤਾਂ ਮੈਂ ਤਾਂ ਬਸ ਇੰਨੀ ਬੇਨਤੀ ਆਪਣੇ ਦਰਸ਼ਕਾਂ ਨੂੰ ਕਰੂੰਗਾ ਕਿ ਠੀਕ ਹੈ, ਚਲੋ ਜਾਂਚ ਹੁਣ ਚੱਲ ਰਹੀ ਹੈ, ਕੀ ਆਉਂਦਾ ਜਾਂਚ ਦੇ ਵਿੱਚ ਉਹ ਅਗਲੇ ਦਿਨਾਂ 'ਚ ਪਤਾ ਲੱਗ ਜਾਏਗਾ। ਇੱਕ ਜਾਂਚ ਦੇ ਵਿੱਚ ਡੇਰੇ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਜਿਹੜੀ ਉਹ ਸਾਹਮਣੇ ਆਈ ਹੈ ਕਿ ਜੋ ਰਾਮ ਰਹੀਮ ਹੈ ਉਹਨਾਂ ਦੇ ਵੱਲੋਂ ਇਹ ਸਾਰੀ ਰਚੀ ਗਈ ਹੈ ਸਾਜ਼ਿਸ਼। ਤੇ ਬਾਕੀ ਚੀਜ਼ਾਂ ਦੇ ਵਿੱਚ ਹੁਣ ਜਿਹੜੀਆਂ 2 ਗੋਲੀकांड ਨੇ ਉਹਨਾਂ ਦੇ ਵਿੱਚ ਵੀ ਪਤਾ ਲੱਗੇਗਾ ਅਗਲੇ ਦਿਨਾਂ ਦੇ ਵਿੱਚ। 1.5 ਮਹੀਨੇ ਦਾ ਸਮਾਂ ਸਰਕਾਰ ਨੇ ਮੰਗਿਆ ਆਪਾਂ ਨੂੰ, ਜੋ ਸਿੱਖ ਸੰਗਤ ਉੱਥੇ ਸੀਗੀ ਉਹਨਾਂ ਨੇ 1.5 ਮਹੀਨੇ ਦੇ ਸਮੇਂ ਨੂੰ ਪ੍ਰਵਾਨਗੀ ਦਿੱਤੀ ਹੈ। ਦੇਖਦੇ ਹਾਂ ਕਿ 1.5 ਮਹੀਨੇ ਦੇ ਵਿੱਚ ਕੀ ਆਉਂਦਾ। ਉਨੀ ਦੇਰ ਤੱਕ ਸ਼ਾਂਤੀ ਬਣਾ ਕੇ ਰੱਖਣ ਦੀ ਲੋੜ ਹੈ ਔਰ ਕੋਈ ਵੀ ਅਜਿਹੀ ਬਿਆਨਬਾਜ਼ੀ ਜਾਂ ਇਹੋ ਜਿਹੀ ਗੱਲ ਆਪਾਂ ਨਾ ਕਰੀਏ ਵੀ ਜਿਸ ਦੇ ਨਾਲ, ਠੀਕ ਹੈ, ਇਹ ਗੱਲ ਸਮਝਣ ਦੀ ਲੋੜ ਹੈ ਕਿ ਮਾਹੌਲ ਪਹਿਲਾਂ ਤੋਂ ਹੀ ਇਸ ਤਰੀਕੇ ਦਾ ਬਣਿਆ ਹੋਇਆ ਪੰਜਾਬ ਦੇ ਵਿੱਚ ਔਰ ਅਗਲੀ ਕੋਈ ਇਸੇ ਤਰੀਕੇ ਨਾਲ ਕੋਈ ਬਿਆਨਬਾਜ਼ੀ ਆਪਾਂ ਨੂੰ ਜਿਹੜੀ ਉਹ ਨਹੀਂ ਕਰਨੀ ਚਾਹੀਦੀ। ਜੀ ਬਿਲਕੁਲ। ਤੇ ਸਮਾਂ ਸਾਡੇ ਕੋਲੇ ਸਿਰਫ ਤੇ ਸਿਰਫ 5 ਮਿੰਟ ਦਾ ਬਾਕੀ ਬਚੇ। ਇਸ ਦੇ ਦੌਰਾਨ ਹੀ ਆਪਾਂ 1-2 ਖਬਰਾਂ ਨੇ ਜਿਹੜੀਆਂ ਉਹ ਹੋਰ ਸ਼ੇਅਰ ਕਰਾਂਗੇ। ਤੇ ਅਕਸਰ ਗੱਲ ਕਰਦੇ ਹਾਂ ਕਿ ਲੋਕ ਪਰੇਸ਼ਾਨ ਨੇ ਕਿ ਉਹਨਾਂ ਕੋਲੇ ਰੋਜ਼ਗਾਰ ਨਹੀਂ ਹੈ, ਕੰਮਕਾਰ ਨਹੀਂ ਹੈ, ਗਰੀਬੀ ਤੇ ਅੱਤ ਦੀ ਪਈ ਹੋਈ ਹੈ। ਤਾਂ ਇਸ ਦੇ ਨਾਲ ਹੀ ਹੁਣ ਤਾਂ ਬਹੁਤ ਸਾਰੀਆਂ ਜਿਹੜੀਆਂ ਨੇ ਤੱਥ ਨਿਕਲ ਕੇ ਵੀ ਸਾਹਮਣੇ ਆ ਰਹੇ ਨੇ ਕਿ ਆਖਿਰਕਾਰ ਜਿਹੜਾ ਭਾਰਤ ਹੈ ਉਹ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ। 107ਵੇਂ ਨੰਬਰ ਤੇ ਉਸ ਦਾ ਨਾਮ ਆ ਰਿਹਾ। ਤੇ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਜਦੋਂ ਤੋਂ ਮੋਦੀ ਸਾਹਿਬ ਸੱਤਾ ਦੇ ਵਿੱਚ ਆਏ ਨੇ ਉਦੋਂ ਤੋਂ ਗਿਰਾਵਟ ਹੁੰਦੀ ਜਾ ਰਹੀ ਹੈ। ਕਿ ਉੱਥੇ ਵੀ ਵਾਰ-ਵਾਰ ਇਹੀ ਕਹਾਂਗੇ ਕਿ ਹਾਲਾਤ ਕੀ ਬਣ ਗਏ ਨੇ। ਜਿਹੜੇ ਲੋਕ ਨੇ ਉਹ ਦਿਨੋਂ ਦਿਨ ਗਰੀਬ ਹੁੰਦੇ ਜਾਂਦੇ ਨੇ ਤੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਦਿਨੋਂ ਦਿਨ ਅਮੀਰ ਹੁੰਦੇ ਜਾਂਦੇ ਨੇ ਕਿ ਉਹਨਾਂ ਦਾ ਨਾਮ ਹੈ ਜਿਹੜਾ ਉਹ ਅਮੀਰਾਂ ਦੀ ਲਿਸਟ ਦੇ ਵਿੱਚ ਚੜ੍ਹਦਾ ਜਾ ਰਿਹਾ ਤੇ ਲੋਕ ਨੇ ਜਿਹੜੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ। ਬਲਦੀਪ ਜੀ ਕੀ ਕਹਿਣਾ ਚਾਹੋਗੇ? ਗਲੋਬਲ ਹੰਗਰ ਇੰਡੈਕਸ ਨਵਦੀਪ ਇਹ ਜਾਰੀ ਹੁੰਦਾ ਹਰ ਸਾਲ ਔਰ ਉਸ ਦੇ ਵਿੱਚ 121 ਮੁਲਕਾਂ ਦੇ ਵਿੱਚੋਂ ਭਾਰਤ ਜਿਹੜਾ ਉਹ 107ਵੇਂ ਨੰਬਰ ਤੇ ਹੈ। 6 ਪਾਏਦਾਨ ਜਿਹੜਾ ਉਹ ਪਿਛਲੇ ਸਾਲ ਦੇ ਨਾਲੋਂ ਥੱਲੇ ਆ ਗਿਆ। ਪਿਛਲੇ ਸਾਲ 101 ਜਿਹੜਾ ਸਥਾਨ ਸੀਗਾ, ਰੈਂਕਿੰਗ ਸੀਗੀ ਭਾਰਤ ਦੀ ਔਰ ਐਤਕੀ 107ਵੇਂ ਨੰਬਰ ਤੇ ਔਰ ਲਗਾਤਾਰ ਜਿਹੜੀ ਗਿਰਾਵਟ ਹੈ ਉਹ ਜਾਰੀ ਹੈਗੀ ਹੈ। ਜਿਸ ਵੇਲੇ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਦੇਸ਼ ਦੇ, 2014 ਤੱਕ ਉਹ ਰਹੇ ਨੇ ਔਰ ਉਸ ਵੇਲੇ 55ਵਾਂ ਨੰਬਰ ਸੀਗਾ, 55 ਰੈਂਕਿੰਗ ਸੀਗੀ ਦੇਸ਼ ਦੀ ਗਲੋਬਲ ਹੰਗਰ ਇੰਡੈਕਸ। ਗਲੋਬਲ ਹੰਗਰ ਇੰਡੈਕਸ ਇਹੀ ਹੁੰਦਾ ਕਿ ਭੁੱਖਮਰੀ ਦੇ ਸ਼ਿਕਾਰ ਕਿੰਨੇ ਕੁ ਲੋਕ ਨੇ ਕਿਸੇ ਮੁਲਕ ਦੇ ਵਿੱਚ, ਕਿਸੇ ਖਿੱਤੇ ਦੇ ਵਿੱਚ। ਤਾਂ ਉਸ ਵੇਲੇ 55ਵਾਂ ਨੰਬਰ ਸੀਗਾ ਔਰ ਅੱਜ 2014 ਤੋਂ ਲੈ ਕੇ 2022 'ਚ ਬੈਠੇ ਆ ਆਪਾਂ ਤੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਨੇ ਤੇ ਗਲੋਬਲ ਹੰਗਰ ਇੰਡੈਕਸ ਦਾ ਤੁਸੀਂ ਹਿਸਾਬ ਲਾ ਲਓ ਕਿ 121 ਮੁਲਕਾਂ 'ਚੋਂ ਆਪਾਂ 107ਵੇਂ ਨੰਬਰ ਤੇ ਆ। ਸਾਊਥ ਏਸ਼ੀਆ ਦੀ ਗੱਲ ਕਰੀਏ, ਜੇਕਰ ਦੱਖਣੀ ਏਸ਼ੀਆ ਦੀ ਗੱਲ ਕੀਤੀ ਜਾਵੇ ਤਾਂ ਦੱਖਣੀ ਏਸ਼ੀਆ ਦੇ ਵਿੱਚ ਅਫਗਾਨਿਸਤਾਨ ਨੂੰ ਛੱਡ ਦਈਏ ਤਾਂ ਬਾਕੀ ਸਾਰੇ ਮੁਲਕਾਂ ਤੋਂ ਆਪਾਂ ਥੱਲੇ ਹੀ ਆ। ਆਪਣੇ ਨਾਲੋਂ ਪਾਕਿਸਤਾਨ, ਜਿਹਨੂੰ ਨੈਸ਼ਨਲ ਮੀਡੀਆ ਦੇ ਉੱਪਰ ਰੋਜ਼ ਹੀ ਤਕਰੀਬਨ ਇਹ ਕਿਹਾ ਜਾਂਦਾ ਗਰੀਬ ਮੁਲਕ ਹੈ ਜਾਂ ਇਸ ਤਰੀਕੇ ਦੇ ਨਾਲ ਚੀਜ਼ਾਂ ਹੁੰਦੀਆਂ ਨੇ ਜਾਂ ਕਹਿੰਦੇ ਕਿ ਉਹ ਗਰੀਬ ਨੇ, ਉਹਨਾਂ ਦੀ ਸਥਿਤੀ ਆਪਣੇ ਨਾਲੋਂ ਬਿਹਤਰ ਹੈ। ਸ਼੍ਰੀਲੰਕਾ, ਜਿਨ੍ਹਾਂ ਦੀ ਇਕਨੋਮੀ ਜਿਹੜੀ ਆ ਤੁਸੀਂ ਦੇਖ ਚੁੱਕੇ ਹੋ ਕਿ ਪਿੱਛੇ ਕੀ ਸ਼੍ਰੀਲੰਕਾ ਨਾਲ ਬਣਿਆ ਹੈਗਾ, ਰਾਸ਼ਟਰਪਤੀ ਜਿਹੜਾ ਉੱਥੋਂ ਛੱਡ ਕੇ ਜਾ ਚੁੱਕਿਆ ਤੇ ਉਹਨਾਂ ਦਾ ਗਲੋਬਲ ਹੰਗਰ ਇੰਡੈਕਸ ਦਾ ਜਿਹੜਾ ਗ੍ਰਾਫ ਹੈ ਉਹ ਵੀ ਸਾਡੇ ਨਾਲੋਂ ਚੰਗਾ ਹੈ। ਨੇਪਾਲ ਦਾ ਵੀ ਸਾਡੇ ਨਾਲੋਂ ਚੰਗਾ ਹੈ, ਮਿਆਂਮਾਰ ਦਾ ਵੀ ਸਾਡੇ ਨਾਲੋਂ ਚੰਗਾ ਹੈ, ਬੰਗਲਾਦੇਸ਼ ਦਾ ਵੀ ਸਾਡੇ ਨਾਲੋਂ ਚੰਗਾ ਹੈ। ਪਾਕਿਸਤਾਨ ਤਾਂ ਮੈਂ ਦੱਸ ਹੀ ਦਿੱਤਾ ਕਿ ਗਵਾਂਢੀ ਮੁਲਕ ਜਿਹਨੂੰ ਅਸੀਂ ਨਿਤ ਦਿਹਾੜੀ ਉਹਨੂੰ ਕ੍ਰਿਟਿਸਾਈਜ਼ ਕਰਦੇ ਹੀ ਹੈ, ਕਰਦਾ ਨੈਸ਼ਨਲ ਮੀਡੀਆ, ਉਹਦਾ ਗ੍ਰਾਫ ਵੀ ਸਾਡੇ ਨਾਲੋਂ ਚੰਗਾ ਹੈ। ਸਿਰਫ ਇੱਕ ਅਫਗਾਨਿਸਤਾਨ ਜੋ ਕਿ ਉਹ ਤਾਂ ਚਲੋ ਕਈ ਦਹਾਕਿਆਂ ਤੋਂ ਹੀ ਲੜਾਈ ਦਾ ਮੈਦਾਨ ਬਣਿਆ, ਉਹਨੂੰ ਆਪਾਂ ਛੱਡ ਦਈਏ
ਤਾਂ ਸਾਊਥ ਏਸ਼ੀਆ 'ਚ ਅਸੀਂ ਸਭ ਤੋਂ ਥੱਲੇ ਹਾਂ ਭੁੱਖਮਰੀ ਦੇ ਇੰਡੈਕਸ ਦੇ ਵਿੱਚ। ਅਗਰ ਆਪਾਂ ਇਹਦੀ ਗੱਲ ਕਰ ਲਈਏ ਕਿ ਇਹਦੇ 'ਚ ਕੀ ਪੈਰਾਮੀਟਰਸ ਕੀ ਹੁੰਦੇ ਨੇ, ਤਾਂ ਉਹਦੇ ਵਿੱਚ ਇਹ ਦੇਖੀ ਜਾਂਦੀ ਹੈ ਵੀ ਅੰਡਰ ਨਰਿਸ਼ਮੈਂਟ, ਜਿਹੜੇ ਕਿੰਨੇ ਕੁ ਬੱਚੇ ਅੰਡਰ ਨਰਿਸ਼ਮੈਂਟ ਨੇ, ਕਿੰਨੇ ਕੁ ਲੋਕਾਂ ਦੀ ਜਿਹੜੀ ਹਾਈਟ weight ਹੈ ਜਿਹੜਾ ਉਹ ਉਸ ਹਿਸਾਬ ਨਾਲ ਸਾਰੀ ਚੀਜ਼ ਮੈਜ਼ਰ ਕੀਤੀ ਜਾਂਦੀ ਹੈ। ਔਰ ਤੁਸੀਂ ਦੇਖੋ ਵੀ ਸਾਡਾ ਗਵਾਂਢੀ ਮੁਲਕ ਚੀਨ ਉਹ 5ਵੇਂ ਨੰਬਰ ਤੇ ਹੈ ਪੂਰੀ ਰੈਂਕਿੰਗ ਦੇ ਵਿੱਚ। 121 ਮੁਲਕਾਂ ਦੇ ਵਿੱਚੋਂ ਚੀਨ ਹੈ ਜਿਹੜਾ ਉਹ 5ਵੇਂ ਨੰਬਰ ਦਾ ਪਾਇਦਾਨ, ਮਤਲਬ ਟੌਪ 5 ਦੇ ਵਿੱਚ ਦੇਖੋ ਉਹ ਆਉਂਦਾ ਹੈਗਾ। ਸੋ ਕਿਤੇ ਨਾ ਕਿਤੇ ਤਰੱਕੀ ਜ਼ਰੂਰ ਹੈਗੀ ਆ ਉਸ ਮੁਲਕ ਦੇ ਵਿੱਚ। ਔਰ ਇੰਡੀਆ ਦਾ ਲਗਾਤਾਰ ਬੁਰਾ ਹਾਲ ਹੋ ਰਿਹਾ। 55 ਨੰਬਰ ਨੂੰ ਚਲੋ ਮੇਨਟੇਨ ਕਰ ਲੈਂਦੇ ਤਾਂ ਵੀ ਮੰਨਦੇ ਸੀ ਵੀ ਚਲੋ ਉਸ ਨੂੰ ਮੇਨਟੇਨ ਕੀਤਾ ਹੈ, ਮੇਨਟੇਨ ਨਹੀਂ ਬਲਕਿ ਆਪਾਂ ਉਹ ਤੋਂ ਖਿਸਕਦੇ 100 ਤੋਂ ਵੀ ਪਾਰ ਹੋ ਚੁੱਕੇ ਹਾਂ। ਜੀ ਬਿਲਕੁਲ। ਤੇਵਲਦੀਪ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ। ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਤੁਹਾਡੇ ਫੋਨ ਕਾਲਸ ਆਉਂਦੇ ਨੇ, ਵੱਖੋ ਵੱਖਰੇ ਤੁਹਾਡੇ ਸੁਝਾਅ ਹੁੰਦੇ ਨੇ। ਬਹੁਤ ਚੰਗਾ ਲੱਗਦਾ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ ਪਿਆਰ ਕਰਦੇ ਹੋ। ਸੋ ਇਸੇ ਤਰ੍ਹਾਂ ਹੀ ਜੁੜਦੇ ਰਿਹਾ ਕਰੋ, ਬਹੁਤ ਜ਼ਿਆਦਾ ਚੰਗਾ ਲੱਗਦਾ। ਜਿਹੜੇ ਦਰਸ਼ਕ ਇਸ ਪ੍ਰੋਗਰਾਮ ਨੂੰ ਵੇਖਣ ਕਨਿਓ ਰਹਿ ਜਾਂਦੇ ਨੇ, ਉਹਨਾਂ ਲਈ ਇੱਕ ਵਾਰ ਫਿਰ ਤੋਂ ਦੱਸ ਦਵਾਂ ਕਿ ਤੁਸੀਂ ਫੇਸਬੁੱਕ ਤੇ YouTube ਦੇ ਜ਼ਰੀਏ ਵੀ ਸਾਡੇ ਇਸ ਪ੍ਰੋਗਰਾਮ ਨੂੰ ਦੁਬਾਰਾ ਤੋਂ ਵੇਖ ਸਕਦੇ ਹੋ। ਉੱਥੇ ਕਮੈਂਟਸ ਦੇ ਜ਼ਰੀਏ ਆਪਣੇ ਸਵਾਲ ਤੇ ਸੁਝਾਅ ਜਿਹੜੇ ਉਹ ਰੱਖ ਸਕਦੇ ਹੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਉਣਾ ਹੀ ਜੀ। ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।